ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨਦਰ ਕਰਨੀ ਮਹਾਰਾਜ। ਅਸੀਂ ਸਿੱਧ ਗੋਸ਼ ਦੀ ਬਾਣੀ ਦੀ ਵਿਚਾਰ ਕਰਦੇ ਹਾਂ ਔਰ ਇਸ ਵਿਚਾਰ ਨੂੰ ਕਰਦੇ ਕਰਦੇ ਅਸੀਂ 28 ਪੌੜੀਆਂ ਵਿਚਾਰ ਚੁੱਕੇ ਹਾਂ। ਉਹਨਾਂ ਚੋਂ ਭਾਵ ਹੁਣ ਤੱਕ ਅਸੀਂ ਅਧਿਆਤਮ ਦੇ ਕਾਫੀ ਡੂੰਘਾਈਆਂ ਦਰਸ਼ਨ ਕਰ ਚੁੱਕੇ ਹਾਂ। ਸਾਹਿਬ ਨੇ ਬਹੁਤ ਅੰਤਰ ਦੇ ਬ੍ਰਹਮ ਗਿਆਨ ਦੇ ਜਿਹੜੇ ਪ੍ਰਸ਼ਨ ਨੇ ਉਹਨਾਂ ਦੀ ਬਹਿਸ, ਉਹਨਾਂ 'ਤੇ ਡਿਸਕਸ਼ਨ, ਉਹਨਾਂ ਨੂੰ ਸਮਝਾਇਆ ਹੈ। ਮਨ ਕੀ ਹੈ, ਮਨ ਨੂੰ ਕਿਸ ਤਰ੍ਹਾਂ ਬਾਣੀ ਨਾਲ ਜੋੜਨਾ ਹੈ, ਮਨ ਨੂੰ ਕਿਵੇਂ ਖੜਾ ਕਰਨਾ ਹੈ ਔਰ ਮਨ ਨੂੰ ਖੜੇ ਕਰਨ ਦੀ ਕੀ ਜਾਂਚ ਹੈ। ਇਹ ਸਾਰੀ ਗੱਲਾਂ ਸਾਹਿਬ ਸਾਨੂੰ ਇਸ ਬਾਣੀ ਵਿੱਚ ਸਮਝਾ ਰਹੇ ਹਨ। ਅਧਿਆਤਮ ਦਾ ਰਿਲੇਸ਼ਨਸ਼ਿਪ ਕਿਸ ਚੀਜ਼ ਨਾਲ ਹੈ? ਬਾਹਰ ਦੀ ਪਹਿਰਾਵੇ ਨਾਲ ਹੈ ਕਿਤਨਾ ਹੈ ਔਰ ਅੰਤਰ ਨਾਲ ਕਿਤਨਾ ਹੈ। ਇਹ ਇਸ ਬਾਣੀ ਵਿੱਚ ਅਸੀਂ ਸਮਝ ਰਹੇ ਹਾਂ। ਜਿਤਨੇ ਡੂੰਘੇ ਹੋਣਗੇ, ਜਿਤਨੇ ਠੀਕ ਹੋਣਗੇ, ਉਤਨੇ ਹੀ ਜਵਾਬ ਵੀ ਠੀਕ ਹੋਣਗੇ ਔਰ ਜਿਤਨੇ ਪ੍ਰਸ਼ਨ ਅਸੀਂ ਦੁਨਿਆਵੀ ਪੱਖ ਨੂੰ ਲੈ ਕੇ ਜੀਵਾਂਗੇ, ਉਤਨੇ ਜਵਾਬ ਵੀ ਸਾਨੂੰ ਦੁਨੀਆ ਵੱਲ ਹੀ ਟੋਰਨਗੇ। ਇਹ ਹੁਣ ਅਸੀਂ ਸਮਝਣਾ ਹੈ ਕਿ ਸਾਨੂੰ ਇਸ ਬਾਣੀ ਤੋਂ ਕੀ ਸਮਝ ਆ ਰਿਹਾ ਹੈ, ਮੈਂ ਆਪਣੇ ਜੀਵਨ ਨੂੰ ਕਿਵੇਂ ਬਦਲੀ ਕਰ ਸਕਦਾ। ਗੁਰੂ ਸਾਹਿਬ ਸਾਨੂੰ ਉਸ ਡੂੰਘਾਈ ਵੱਲ ਪ੍ਰੇਰ ਰਹੇ ਹਨ। ਇਹ ਕਾਫੀ ਪਦੇ ਗੁਰਮੁਖ ਦੀ ਹੀ ਗੱਲ 'ਤੇ ਚੱਲਦੇ ਜਾ ਰਹੇ। ਗੁਰਮੁਖ ਦੀ ਮਨ ਦੀ ਅਵਸਥਾ ਸਮਝਾਈ ਜਾ ਰਹੀ ਹੈ। ਇੱਕ ਤਰ੍ਹਾਂ ਨਾਲ ਸਾਨੂੰ ਸਮਝ ਆ ਰਿਹਾ ਹੈ ਕਿ ਗੁਰਮੁਖ ਅਧਿਆਤਮ ਦਾ ਉਹ ਸਿਖਰ ਹੈ ਜਿਸ ਨੂੰ ਬਾ ਦਫਾ ਅਸੀਂ ਲੋਕ ਸੰਤ ਪੁਰਸ਼ ਕਹਿੰਦੇ ਹਾਂ, ਜਿਸ ਤੋਂ ਅਸੀਂ ਬਾ ਦਫਾ ਇਹ ਸਮਝਦੇ ਹਾਂ ਕਿ ਇਹਨੇ ਅਧਿਆਤਮ ਦੀ ਕਮਾਈ ਕੀਤੀ ਹੈ। ਸਾਨੂੰ ਇਹ ਵੀ ਸਮਝ ਆਉਂਦੀ ਹੈ ਕਿ ਗੁਰਮੁਖ ਕੋਈ ਹਲਕਾ ਸ਼ਬਦ ਨਹੀਂ ਹੈ ਜਾਂ ਕੋਈ ਮੀਨਿੰਗ ਇਹਦਾ, ਉਹ ਜਿਸ ਗਹਿਰਾਈ ਵੱਲ ਇਹਦਾ ਮੀਨਿੰਗ ਜਾ ਰਿਹਾ ਹੈ ਉਹ ਬਹੁਤ ਡੂੰਘੀ ਹੈ। ਜੀਵਨ ਜਾਂਚ ਦੀ ਗੱਲ ਚੱਲਦੀ ਹੈ। ਅੱਜ ਦੇ ਸਾਡੇ ਜੀਵਨ ਵਿੱਚ ਬਹੁਤ ਸੇ ਲੋਕ ਆਉਂਦੇ ਹਨ ਜਿਹੜੇ ਆਪਣੇ ਆਪ ਨੂੰ ਅਧਿਆਤਮਕ ਕਹਿ ਕੇ ਸੁਸਾਇਟੀ ਦੇ ਉੱਤੇ ਛਾ ਜਾਂਦੇ ਹਨ। ਸਾਡੇ ਕੋਲ ਕੋਈ ਮੈਥਡ ਨਹੀਂ ਹੈ ਜਾਣਨ ਦਾ ਕਿ ਇਹ ਅਸਲ ਵਿੱਚ ਅਧਿਆਤਮ ਨੂੰ ਕਿਤਨਾ ਜਾਣਦੇ ਹਨ। ਪਰ ਇਹ ਜਿਹੜੇ ਪਦੇ ਗੁਰੂ ਸਾਹਿਬ ਨੇ ਸਾਨੂੰ ਗੁਰਮੁਖ ਵਾਲੇ ਦੱਸੇ ਹਨ, ਉਹਦੇ 'ਚੋਂ ਸਾਨੂੰ ਕੁਝ ਸੰਕੇਤ ਮਿਲਦੇ ਹਨ ਕਿ ਅਧਿਆਤਮ ਦੀ ਖੇਡ ਅੰਦਰ ਦੀ ਖੇਡ ਹੈ, ਮਨ ਦੀ ਅਵਸਥਾ ਦੀ ਖੇਡ ਹੈ ਔਰ ਮੈਂ ਆਪ ਆਪਣੇ ਅੰਤਰ ਮਨ ਵਿੱਚ ਕਮਾਉਣਾ ਹੈ। ਕੋਈ ਕਿਸੇ ਨੂੰ ਸ਼ਾਇਦ ਹੀ ਸਿਖਾ ਸਕੇ। ਅੰਤਰ ਮਨ ਵਿੱਚ ਜਿਹੜੇ ਪ੍ਰਸ਼ਨ ਉੱਠਣਗੇ ਉਹਨਾਂ ਦਾ ਸਾਨੂੰ ਇੱਕ ਤਰ੍ਹਾਂ ਦਾ ਇੰਸ਼ੋਰੈਂਸ ਬਾਣੀ 'ਚੋਂ ਮਿਲਦੀ ਹੈ ਕਿ ਉਹਨਾਂ ਦਾ ਜਵਾਬ ਜ਼ਰੂਰ ਮਿਲੇਗਾ। ਜਿਤਨੀ ਗਹਿਰਾਈ ਨਾਲ ਅਸੀਂ ਲੱਭਾਂਗੇ ਉਤਨਾ ਉਹਦਾ ਜਵਾਬ ਲਾਜ਼ਮੀ ਹੈ। ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ। ਹਜੂਰ ਨੇ ਇਸ ਬਾਣੀ ਦੇ ਵਿੱਚ ਕਾਫੀ ਕਮਾਲ ਦੇ ਬਚਨ ਕੀਤੇ ਹਨ। ਰਹਾਉ ਦੀ ਤੁਕ ਸਾਨੂੰ ਭਰਮਣ ਤੋਂ ਹਟਾ ਕੇ ਸਥਿਰਤਾ ਵੱਲ ਜਾਣ ਦਾ ਪ੍ਰੇਰਿਤ ਕਰਦੀ ਹੈ। ਸੱਚ ਕਿੱਥੇ ਹੈ, ਸੱਚ ਨੂੰ ਕਿਵੇਂ ਕਮਾਇਆ ਜਾ ਸਕਦਾ ਹੈ ਔਰ ਸ਼ਬਦ ਕੀ ਹੈ, ਸ਼ਬਦ ਕਿੱਥੇ ਕਮਾਇਆ ਜਾਣਾ ਹੈ, ਸ਼ਬਦ ਨੇ ਕੀ ਬਦਲਾਵ ਸਾਡੇ ਅੰਤਰ ਵਿੱਚ ਲਿਆਉਣਾ ਹੈ। ਇੱਕ ਬਹੁਤ ਬੜੀ ਰੈਵਲੇਸ਼ਨ ਇਸ ਬਾਣੀ ਦੇ ਵਿੱਚ ਸਾਨੂੰ ਸਮਝ ਆ ਰਹੀ ਹੈ ਕਿ ਸ਼ਬਦ ਆਧਾਰ ਹੈ ਅਧਿਆਤਮਕ ਜੀਵਨ ਦਾ ਔਰ ਇਹ ਗੁਰਮੁਖ ਦੇ ਪਦੇ ਜਦੋਂ ਖਤਮ ਹੋਣਗੇ
ਫਿਰ ਨਾਮ ਦੇ ਨਾਲ ਸਾਹਿਬ ਸਾਨੂੰ ਜੋੜਨਗੇ। ਕੋਈ ਖਾਣਾ ਬਣਾਉਂਦਾ ਹੈ ਕੋਈ ਅੱਛਾ, ਉਹ ਸਾਰੇ ਪਦਾਰਥ ਇਕੱਠੇ ਕਰਕੇ ਉਹਨਾਂ ਨੂੰ ਇੱਕ ਸਮੇਂ ਸਿਰ ਤਰੀਕੇ ਨਾਲ ਜੋੜ ਕੇ ਪੇਸ਼ ਕਰਦਾ ਹੈ। ਅੱਗ ਦੇ ਉੱਤੇ ਸਬਜ਼ੀ ਰੱਖੀ ਜਾਂਦੀ ਹੈ, ਬਣਦੇ ਹੈ। ਇਨਸਾਨ ਦਾ ਮਨ ਕਿਵੇਂ ਘੜਿਆ ਜਾਂਦਾ ਹੈ? ਇਹਦੀ ਅੱਗ ਕਿਹੜੀ ਹੈ? ਇਹਦੇ ਵਿੱਚ ਕਿਹੜੇ ਪਦਾਰਥ ਪੈ ਰਹੇ ਹਨ ਜਿਹਦੇ ਨਾਲ ਅਧਿਆਤਮਿਕ ਪੁਰਸ਼ ਬਣ ਰਿਹਾ, ਸਪਿਰਿਚੁਅਲ ਬੀਇੰਗ, ਅਸੀਂ ਸੋਲ ਨੂੰ ਜਾਣ ਪਾ ਰਹੇ ਹਾਂ। ਸਾਰੀ ਦੁਨੀਆ ਦੀ ਪੜਤਾਲ ਇੱਕ ਪਾਸੇ ਹੈ, ਆਪਣੇ ਮਨ ਨੂੰ ਜਾਣ ਲੈਣਾ ਦੁਨੀਆ ਨੂੰ ਜਾਣ ਲੈਣ ਦੇ ਬਰਾਬਰ ਹੈ। ਇਹ ਮਨ ਦੀ ਜੀਵਨ ਜਾਚ ਕਿਵੇਂ ਆਉਂਦੀ ਹੈ? ਸ਼ਬਦ ਨਾਲ ਇਹਦਾ ਬਹੁਤ ਡੂੰਘਾ ਰਿਲੇਸ਼ਨਸ਼ਿਪ ਹੈ। ਔਰ ਸ਼ਬਦ ਨੂੰ ਅਗਰ ਮੈਂ ਆਪਣੇ ਮਨ ਦੇ ਵਿੱਚ ਹਾਜ਼ਰ ਕਰਦਾ ਹਾਂ ਤਾਂ ਮੈਂ ਆਪਣੇ ਉਸ ਮਨ ਨੂੰ ਛੱਡ ਦਿੰਦਾ ਹਾਂ ਜਿਹੜਾ ਝੂਠ ਨਾਲ ਵਪਾਰ ਕਰਦਾ ਹੈ। ਹਰ ਪ੍ਰੇਮ ਬਾਣੀ ਮਨ ਮਾਰਿਆ। ਸ਼ਬਦ ਦੇ ਇਸ ਪ੍ਰੇਮ ਦੇ ਵਿੱਚ ਝੂਠਾ ਮਨ ਮਾਰਿਆ ਜਾਂਦਾ ਹੈ। ਉਹ ਅੱਗ ਹੈ ਜਿਹਦੇ ਨਾਲ ਅਧਿਆਤਮਿਕ ਪੁਰਸ਼ ਬਣਦਾ ਹੈ। ਨਾਮ ਦੀ ਅੱਗ ਹੈ, ਸ਼ਬਦ ਦੀ ਅੱਗ ਹੈ। ਘਾਟ ਕਿਸ ਚੀਜ਼ ਦੀ ਹੈ ਮੇਰੇ ਜੀਵਨ ਵਿੱਚ? ਮੈਂ ਕਿਤਨਾ ਸਮਾਂ ਇਸ ਸ਼ਬਦ ਦੀ ਸਾਂਝ ਨਾਲ ਜੀਂਦਾ ਹਾਂ? ਕਿਤਨੇ ਧਿਆਨ ਨਾਲ ਮੈਂ ਸ਼ਬਦ ਵਿੱਚ ਲੀਨ ਹੋ ਸਕਦਾ ਹਾਂ? ਕਿਤਨੇ ਪੈਸ਼ਨ ਨਾਲ ਸ਼ਬਦ ਦੀ ਸਾਂਝ ਕਰਦਾ ਹਾਂ? ਕਿਤਨੀ ਸਹਿਜ ਵਿੱਚ ਬਾਣੀ ਦੇ ਨਾਲ ਇੱਕਮਿਕ ਹੋ ਸਕਦਾ ਹਾਂ? ਇਹ ਸਾਰੇ ਭਾਵ ਇਸ ਬਾਣੀ ਵਿੱਚ ਟੁਰਦੇ ਹਨ। ਅੱਜ 29 ਪੌੜੀ ਗੁਰਮੁਖ ਪੌੜੀ ਦੀ ਗੱਲ ਚੱਲ ਰਹੀ ਹੈ। ਕਾਫੀ ਨਿਰਾਲੇ ਬਚਨ ਸਾਹਿਬ ਨੇ ਗੁਰਮੁਖ ਬਾਰੇ ਇਸ ਪਦੇ ਵਿੱਚ ਕਹੇ ਹਨ। ਆਓ ਪਹਿਲਾਂ ਇਹਦਾ ਹੀ ਰਹਾਉ ਦੀ ਤੁਕ, ਫਿਰ ਅੱਜ ਦਾ ਪਦਾ, ਫਿਰ ਸਾਹਿਬ ਦੀ ਕਿਰਪਾ ਨਾਲ ਇਹਦੀ ਵਿਚਾਰ ਵਿੱਚ ਉਤਰ ਸਕਦੇ ਹਾਂ। ਵਾਹਿਗੁਰੂ ਜੀ। ਕੋਈ ਵੀਰ ਭੈਣ ਇਸ ਰਹਾਉ ਦੀ ਤੁਕ ਔਰ ਪਦੇ ਨੂੰ ਪੜ੍ਹ ਦੇਣ, ਫਿਰ ਅਸੀਂ ਅੱਗੇ ਚੱਲਦੇ ਹਾਂ। ਵਾਹਿਗੁਰੂ ਜੀ। ਕਿਆ ਭਵੀਐ ਸੱਚ ਸੂਚਾ ਹੋਏ, ਸਾਚ ਸ਼ਬਦ ਬਿਨ ਮੁਕਤ ਨਾ ਕੋਏ। ਰਹਾਉ ਗੁਰਮੁਖ ਅਕਥ ਕਥੈ ਵਿਚਾਰ, ਗੁਰਮੁਖ ਨਿਭੈ ਸ ਪਰਵਾਰ। ਗੁਰਮੁਖ ਜਪੀਐ ਅੰਤਰ ਪਿਆਰ, ਗੁਰਮੁਖ ਪਾਈਐ ਸ਼ਬਦ ਅਚਾਰ। ਸ਼ਬਦ ਭੇਦ ਜਾਣੈ ਜਾਣਾਈ, ਨਾਨਕ ਹਉਮੈ ਜਾਲ ਸਮਾਈ। ਵਾਹਿਗੁਰੂ ਜੀ। ਸ਼ਬਦ ਭੇਦ ਜਾਣੇ ਜਾਣਾਈ, ਨਾਨਕ ਹਉਮੈ ਜਾਲ ਜਲ ਸਮਾਈ। ਬੜੇ ਪਦਾਂ ਵਿੱਚ ਸਾਹਿਬ ਨੇ ਸਮਾਨ ਦੀ ਗੱਲ ਕੀਤੀ ਹੈ। ਜਿਵੇਂ ਮਨ ਨੂੰ ਆਰਾਮ ਮਿਲ ਗਿਆ ਹੋਏ, ਮਨ ਨੂੰ ਠਹਿਰਾਓ ਮਿਲ ਗਿਆ ਹੋਏ, ਮਨ ਨੂੰ ਆਪਣਾ ਘਰ ਮਿਲ ਗਿਆ ਹੋਏ। ਅਸੀਂ ਸਾਰੇ ਦੁਨੀਆ ਵਿੱਚ ਭ੍ਰਮਣ ਕਰਦੇ ਹਾਂ, ਆਰਾਮ ਅਸੀਂ ਆਪਣੇ ਘਰ ਜਾ ਕੇ ਕਰਦੇ ਹਾਂ। ਸਮਾਣਾ ਆਪਣੇ ਘਰ ਵਿੱਚ ਹੈ। ਇਹ ਮਨ ਦਾ ਵੀ ਇੱਕ ਘਰ ਹੈ ਲੱਗਦਾ ਹੈ, ਜਿੱਥੋਂ ਇਹਦੀ ਉਤਪੱਤੀ ਹੈ, ਜਿੱਥੋਂ ਮਨ ਉਪਜਿਆ ਹੈ, ਜਿੱਥੋਂ ਮਨ ਬਹਿ ਰਿਹਾ ਹੈ, ਫਲੋ ਕਰ ਰਿਹਾ ਹੈ, ਔਰ ਜਿੱਥੇ ਮਨ ਥਿਰ ਵੀ ਹੈ। ਉਹਦਾ ਸੋਰਸ ਕੀ ਹੈ ਮਨ ਦਾ? ਨਾਨਕ ਭਗਤਾ ਸਦਾ ਵਿਗਾਸ, ਜਿੱਥੇ ਸਦਾ ਹੀ ਵਿਗਾਸ ਹੈ। ਸਾਹਿਬ ਅਧਿਆਤਮ ਦੀ ਉਹ ਗੱਲਾਂ ਕਰ ਰਹੇ ਹਨ ਜਿਨ੍ਹਾਂ ਬਾਰੇ ਸ਼ਾਇਦ ਕੋਈ ਵਿਰਲਾ ਹੀ ਜਾਣਦਾ ਹੋਏ। ਹਜ਼ੂਰ ਦੀ ਹੈ ਜਿਹੜੀ ਬਾਣੀ ਦੀ ਵਿਚਾਰ ਹੈ, ਇਸ ਨੂੰ ਪੜ੍ਹਦੇ ਹੋਏ, ਵਿਚਾਰਦੇ ਹੋਏ ਇੱਕ ਨਵੀਂ ਡਾਇਮੈਂਸ਼ਨ ਜੀਵਨ ਦੀ ਖੁੱਲ੍ਹਦੀ ਹੈ। ਇੱਕ ਨਵੇਂ ਤਰਫ ਦਰਵਾਜ਼ਾ ਜੀਵਨ ਦਾ ਖੁੱਲ੍ਹਦਾ ਹੈ। ਉਸ ਨੂੰ ਅਸੀਂ
ਬਿਆਨ ਨਹੀਂ ਕਰ ਸਕਦੇ। ਮਹਾਰਾਜ ਸਾਨੂੰ ਇਹ ਦੱਸ ਰਹੇ ਹਨ, ਇਹ ਬਿਆਨ ਤੋਂ ਪਰੇ ਹੈ। ਇਹ ਜਿਹੜੀ ਕਥਾ ਹੈ, ਇਸ ਬਾਰੇ ਗੱਲ ਕਰਨੀ ਪੋਸੀਬਲ ਨਹੀਂ ਹੈ। ਗੁਰਮੁਖ ਜੀਵਨ ਦੀ ਗੱਲ ਹਜ਼ੂਰ ਕਰਦੇ ਹਨ। ਗੁਰਮੁਖ ਅਕਥ ਕਥਾ ਵਿਚਾਰ, ਅਕਥ ਜੋ ਕਿਹਾ ਨਾ ਜਾ ਸਕੇ, ਜਿਹਦੀ ਨਰੇਸ਼ਨ ਪੋਸੀਬਲ ਨਹੀਂ ਹੈ। ਅਸੀਂ ਇਸ ਦੇਸ਼ ਵਿੱਚ ਅੰਗਰੇਜ਼ੀ ਬੋਲਦੇ ਹਾਂ, ਪੰਜਾਬੀ ਬੋਲਦੇ ਹਾਂ, ਹਿੰਦੀ ਬੋਲਦੇ ਹਾਂ, ਅਨੇਕਾਂ ਹੀ ਭਾਸ਼ਾ ਬੋਲਦੇ ਹਾਂ। ਪਰ ਜੇ ਕਦੇ ਅਸੀਂ ਇਹੋ ਜਿਹੇ ਦੇਸ਼ ਚਲੇ ਜਾਈਏ ਜਿੱਥੇ ਭਾਸ਼ਾ ਇੱਥੋਂ ਫਰਕ ਹੋਏ, ਤਾਂ ਫਿਰ ਜੋ ਅਸੀਂ ਬੋਲਾਂਗੇ ਉਹ ਬਿਆਨ ਨਹੀਂ ਹੋ ਸਕੇਗਾ, ਉਹ ਇਨਫੋਰਮੇਸ਼ਨ ਟਰਾਂਸਫਰ ਨਹੀਂ ਹੋ ਸਕੇਗੀ। ਉਸ ਦੇਸ਼ ਦੀ ਭਾਸ਼ਾ ਹੋਰ ਹੈ, ਉਹਦੇ ਰੂਲਸ ਵੀ ਹੋਰ ਨੇ। ਉਸ ਦੇਸ਼ ਤੋਂ ਭਾਵ ਜਿਹੜਾ ਅੱਖਾਂ ਦੇਖੀ ਦੇਸ਼ ਨਹੀਂ ਹੈ, ਜਿਹੜੇ ਬਾਰੇ ਸੁਣਿਆ ਨਹੀਂ ਜਾ ਸਕਦਾ, ਜਿਹਦੇ ਬਾਰੇ ਮੈਂ ਲਿਖ ਨਹੀਂ ਸਕਦਾ, ਜੋ ਡਿਸਕਰਾਈਬ ਨਹੀਂ ਕਰ ਸਕਦਾ। ਉਸ ਦੇਸ਼ ਦੀ ਕਥਾ ਅਕਥ ਹੈ। ਗੁਰਮੁਖ ਦੇ ਮਨ ਦੀ ਅਵਸਥਾ ਬਿਆਨ ਤੋਂ ਪਰੇ ਹੈ, ਅਕਥ ਹੈ। ਔਰ ਗੁਰਮੁਖ ਜਿਸ ਮਨ ਦੀ ਅਵਸਥਾ ਵਿੱਚ ਵਸਦਾ ਹੈ, ਉਹ ਬਿਆਨ ਤੋਂ ਵੀ ਪਰੇ ਹੈ। ਜਿਸ ਦੇਸ਼ ਦਾ ਉਹ ਵਾਸੀ ਹੈ, ਉਸ ਦੇਸ਼ ਦੀ ਕਥਾ ਨਹੀਂ ਕਹੀ ਜਾ ਸਕਦੀ, ਉਹਦੀ ਵਿਚਾਰ ਨਹੀਂ ਹੈ। ਕਿਹੋ ਜਿਹਾ ਦੇਸ਼ ਹੋਏਗਾ ਜਿੱਥੇ ਅਸੀਂ ਉਹਦਾ ਬਿਆਨ ਨਹੀਂ ਕਰ ਸਕਦੇ, ਜਿੱਥੇ ਕਿਹਾ ਨਹੀਂ ਜਾ ਸਕਦਾ ਕੀ ਹੈ। ਲਾਓ ਤਸੂ ਇੱਕ ਬੜਾ ਵੱਡਾ ਸੰਤ ਹੋਇਆ ਚੀਨ ਦਾ, ਬੜੇ ਕਮਾਲ ਦੀ ਉਹਦੇ ਜੀਵਨ ਦੀ ਕਥਾ ਹੈ। ਉਹਨੂੰ ਇੱਕ ਬਾਰਡਰ 'ਤੇ ਫੜ ਲਿਆ, ਜਾ ਰਿਹਾ ਸੀ ਉਹ ਦੇਸ਼ ਛੱਡ ਕੇ, ਅਤੇ ਉਸ ਤੋਂ ਟੈਕਸ ਦੇਣ ਨੂੰ ਕਿਹਾ ਗਿਆ। ਉਹਨੇ ਕਿਹਾ ਮੈਂ ਤਾਂ ਫਕੀਰ ਹਾਂ, ਮੈਂ ਕਿਹੜਾ ਟੈਕਸ ਦੇਣਾ, ਇੱਕ ਝੋਲਾ ਹੈ ਮੇਰੇ ਕੋਲ, ਕੁਛ ਹੈ ਜੋੜੇ ਨੇ। ਤਾਂ ਰਾਜੇ ਨੇ ਕਿਹਾ ਨਹੀਂ, ਤੇਰੀ ਜਿਹੜੀ ਵੈਲਥ ਹੈ ਨੌਲੇਜ ਦੀ, ਉਹਦਾ ਕੀ ਕਰੇਗਾ, ਉਹ ਵੰਡ ਕੇ ਜਾ, ਸਾਨੂੰ ਉਹਦੇ 'ਚੋਂ ਟੈਕਸ ਦੇ। 4 ਦਿਨ ਉਸ ਬਾਰਡਰ ਪੋਸਟ 'ਤੇ ਲਾਓ ਤਸੂ ਬੈਠਿਆ। ਉਸ ਤੋਂ ਬਾਅਦ ਲੋਪ ਹੋ ਗਿਆ, ਨਜ਼ਰ ਨਹੀਂ ਆਇਆ ਕਿੱਧਰ ਗਿਆ, ਫਿਰ ਮੁੜ ਕੇ ਨਹੀਂ ਦਿਖਿਆ। ਉੱਥੇ ਬਹਿ ਕੇ ਕਿਤਾਬ ਲਿਖੀ ਗਈ, ਜਿਹੜੀ ਅਧਿਆਤਮਕ ਦਰਸ਼ਨ ਤੋਂ ਬਹੁਤ ਸਿਖਰ ਦੀ ਕਿਤਾਬ ਹੈ, ਤਾਓ ਤੇ ਚਿੰਗ। ਤਾਓ ਵਰਡ ਉੱਥੋਂ ਬਣਿਆ ਹੈ, ਜਿਹਨੂੰ ਅਸੀਂ ਧਰਮ ਸਮਝਦੇ ਹਾਂ ਇੱਥੇ, ਉੱਥੇ ਚੀਨ ਵਿੱਚ ਧਰਮ ਇੱਕ ਤਾਓ ਇੱਕ ਧਰਮ ਹੈ। ਉਹਦੀ ਆਰੰਭ ਦੀ ਪੰਕਤੀ ਵਿੱਚ ਲਾਓ ਤਸੂ ਲਿਖਦਾ ਹੈ, ਟਰੂਥ ਕੈਨ ਨੈਵਰ ਬੀ ਰਿਟਨ ਅਬਾਊਟ ਬਟ ਆਈ ਵਿਲ ਸਟਿਲ ਟਰਾਈ। ਸੱਚ ਦੀ ਗੱਲ ਬਿਆਨ ਤੋਂ ਪਰੇ ਹੈ, ਉਹਦੀ ਗੱਲ ਕੀਤੀ ਨਹੀਂ ਜਾ ਸਕਦੀ, ਪਰ ਫਿਰ ਵੀ ਮੈਂ ਕੋਸ਼ਿਸ਼ ਕਰਦਾ। ਸਾਹਿਬ ਲਿਖਦੇ ਹੈ, ਜਪਜੀ ਸਾਹਿਬ ਵਿੱਚ ਸਾਨੂੰ ਦੱਸਦੇ ਹੈ ਕਿ ਹੁਕਮ ਬਿਆਨ ਤੋਂ ਪਰੇ ਹੈ ਭਾਈ। ਨਾਨਕ ਨੇ ਸਾਨੂੰ ਇਹ ਦੱਸਿਆ ਸਾਹਿਬ ਨੇ ਕਿ ਹੁਕਮ ਬਾਰੇ ਗੱਲ ਨਹੀਂ ਕੀਤੀ ਜਾ ਸਕਦੀ, ਪਰ ਫਿਰ ਵੀ ਕੋਸ਼ਿਸ਼ ਕਰਦੇ ਹਨ, ਸਾਨੂੰ ਸਮਝਾਉਣ ਦਾ ਯਤਨ ਕਰਦੇ ਹਨ। ਸਿਖਰ 'ਤੇ ਜਾ ਕੇ ਇਹ ਕਹਿ ਦਿੰਦੇ ਹਨ, ਜਿੱਥੇ ਤੁਸੀਂ ਨਹੀਂ ਹੋਵੋਗੇ ਉੱਥੇ ਹੁਕਮ ਸ਼ੁਰੂ ਹੋਏਗਾ। ਇਸ ਕਰਕੇ ਬਿਆਨ ਤੋਂ ਪਰੇ ਹੈ। ਨਾਨਕ ਹੁਕਮੇ ਜੇ ਬੁਝੇ ਤਾਹੋਂ ਮੈਂ ਕਹੇ ਨਾ ਕੋਈ, ਹੁਕਮ ਨਾ ਕਿਹਾ ਜਾਈ। ਜੇ ਹੁਕਮ ਕਹਿਣ 'ਚ ਆ ਜਾਂਦਾ ਤਾਂ ਨਿਰੰਕਾਰ ਵੀ ਕਹਿਣ 'ਚ ਆ ਜਾਂਦਾ। ਇਸ ਦੁਨੀਆ ਦੀ ਸਾਰੀ ਗੱਲ ਦੇ ਵਰਗੀ ਗੱਲ ਹੀ ਉਹਦੀ ਬਣ ਜਾਂਦੀ। ਕਿਸੇ ਪ੍ਰੇਮੀ ਨੂੰ ਪੁੱਛਿਆ ਜਾਏ, ਆਪਣੇ ਪ੍ਰੇਮ ਦੀ ਗੱਲ ਤਾਂ ਦੱਸ, ਤਾਂ ਉਹ ਕੀ ਕਹੇਗਾ? ਪ੍ਰੇਮ ਤਾਂ ਕਿਹਾ ਨਹੀਂ ਜਾ ਸਕਦਾ, ਪ੍ਰੇਮ ਬਾਰੇ ਗੱਲ ਨਹੀਂ ਹੋ ਸਕਦੀ, ਪਰ ਪ੍ਰੇਮ ਬਾਰੇ ਮਹਿਸੂਸ ਕਰ ਸਕਦੇ ਹਾਂ ਅਸੀਂ। ਪ੍ਰੇਮ ਸਾਡੇ ਜੀਵਨ ਨੂੰ ਬਿਲਕੁਲ ਬਦਲ ਸਕਦਾ ਹੈ। ਪ੍ਰੇਮ ਇੱਕ ਇਹੋ ਜਿਹੀ ਸ਼ਕਤੀ ਹੈ ਜਿੱਥੇ ਸਾਡਾ ਹੰਕਾਰ ਗਿਰ ਜਾਂਦਾ ਹੈ। ਪ੍ਰੇਮੀ ਇੱਕ ਦੂਜੇ ਲਈ ਜਾਨ ਵੀ ਦੇਣ ਨੂੰ ਤਿਆਰ ਹੁੰਦੇ ਹਨ। ਉਹ ਆਪਣਾ ਆਪ ਖੋ ਬੈਠੇ ਹਨ, ਆਪਣਾ ਮਨ ਵੇਚ ਚੁੱਕੇ ਹਨ ਦੂਜੇ ਦੀ ਨਿਗਾਹ ਵਿੱਚ, ਆਪਣਾ ਮਨ ਡੇਗਣ ਨੂੰ ਤਿਆਰ ਹਨ। ਕਹਿਣ ਵਿੱਚ ਸਿਆਣਿਆਂ ਨੇ ਕਿਹਾ ਹੈ, ਜਿੱਥੇ ਪ੍ਰੇਮ ਹੋਏਗਾ
ਉੱਥੇ ਬਹੀ ਖਾਤਾ ਨਹੀਂ ਹੋਏਗਾ, ਹਿਸਾਬ ਨਹੀਂ ਹੋਏਗਾ। ਬਾਣੀ ਵਿੱਚ ਸਾਨੂੰ ਇਹ ਦੱਸਿਆ ਸਾਹਿਬ ਨੇ ਕਿ ਇੱਥੇ ਦਾ ਜਿਹੜਾ ਬਹੀ ਖਾਤਾ ਹੈ ਕਦੇ ਮੁੱਕੇਗਾ ਨਹੀਂ। ਹਮ ਖਿਨ ਖਿਨ ਭੁੱਲਣਹਾਰ, ਜਦ ਤੱਕ ਉਹਦੀ ਬਖਸ਼ਿਸ਼ ਨਹੀਂ ਹੋਏਗੀ ਤਦ ਤੱਕ ਅਸੀਂ ਇਸ ਕਰਮਾਂ ਦੇ ਗੇੜੇ ਦੇ ਵਿੱਚ ਘੁੰਮਦੇ ਹੀ ਰਵਾਂਗੇ। ਲੇਖਾ ਕਤਹੂ ਨਾ ਛੁੱਟੀਏ, ਕਦੇ ਨਹੀਂ ਛੁੱਟੇਗਾ। ਇਸ ਲੇਖੇ ਦੇ ਵਿੱਚ ਹੀ ਤਾਂ ਭ੍ਰਮਣ ਹੈ। ਜੋ ਅਸੀਂ ਸੋਚਦੇ ਹਾਂ ਅਸੀਂ ਕਮਾ ਲਿਆ, ਉਹ ਇੱਕ ਜੀਵਨ ਦਾ ਬਹੁਤ ਵੱਡਾ ਟਰੈਪ ਹੈ। ਅਸੀਂ ਅੱਖੋਂ ਦੇਖੀ ਜੀਵਨ ਵਿੱਚ ਜਦੋਂ ਵਿਚਰਨਾ ਸ਼ੁਰੂ ਕਰ ਦਿੰਦੇ ਹਾਂ ਜੀਵਨ ਵਿੱਚ, ਤਾਂ ਇੱਕ ਇਹੋ ਜਿਹੀ ਕਥਾ ਸ਼ੁਰੂ ਕਰ ਦਿੰਦੇ ਹਾਂ ਜਿਹਦਾ ਕੰਟਰੋਲ ਸਾਡੇ ਕੋਲ ਨਹੀਂ ਹੈ, ਔਰ ਜਿਹਦੇ ਅਸੀਂ ਫਿਰ ਬੰਦੀ ਬਣ ਜਾਂਦੇ ਹਾਂ। ਜਿਵੇਂ ਇਸ ਰੇਗਿਸਤਾਨ ਦੇ ਵਿੱਚ ਮਿਰਾਜ ਦਿਖਦਾ ਹੋਏ, ਉਸ ਮਿਰਾਜ ਨੂੰ ਦੇਖਦੇ ਦੇਖਦੇ ਇਨਸਾਨ ਸਾਰਾ ਜੀਵਨ ਵੇਚ ਜਾਂਦਾ ਹੈ, ਜਿਵੇਂ ਜੀਵਨ ਹੀ ਖਾਧਾ ਗਿਆ ਹੋਏ। ਸਾਹਿਬ ਨੇ ਦੱਸਿਆ ਕਿ ਕਾਲ ਰੂਪੀ ਬਿੱਲੀ ਇਨਸਾਨ ਦੇ ਚੂਹੇ ਨੂੰ ਖਾ ਜਾਂਦੀ ਹੈ। ਇਹ ਕਿੱਥੋਂ ਹੋਇਆ ਕਿ ਅਸੀਂ ਅੱਖਾਂ 'ਤੇ ਇਤਨਾ ਭਰੋਸਾ ਕਰ ਲਿਆ ਕਿ ਸਾਨੂੰ ਅਕਥ ਦੀ ਕਥਾ ਭੁੱਲ ਗਈ, ਔਰ ਅਸੀਂ ਇਹੀ ਭਰੋਸਾ ਕਰਦੇ ਰਹੇ ਕਿ ਜੋ ਦਿਖ ਰਿਹਾ ਹੈ ਉਹੀ ਮੈਂ ਹਾਂ, ਉਹੀ ਮੇਰਾ ਸੱਤ ਹੈ, ਉਹੀ ਜੀਵਨ ਹੈ। ਨਾ ਇਸ ਤੋਂ ਪਰੇ ਕੋਈ ਜੀਵਨ ਹੈ। ਜੋ ਦਿਖਦਾ ਨਹੀਂ ਉਹ ਸੱਤ ਨਹੀਂ ਹੈ। ਜੋ ਕੁਝ ਦਿਖ ਰਿਹਾ ਹੈ ਉਹ ਬਿਆਨ ਦੇ ਵਿੱਚ ਹੈ। ਇਸ ਕਰਕੇ ਸਾਰੇ ਜੀਵਨ ਦੀ ਕਥਾ ਕਹੀ ਜਾਣੀ ਚਾਹੀਦੀ ਹੈ, ਉਸ ਤੋਂ ਇਲਾਵਾ ਕੁਝ ਨਹੀਂ ਹੈ। ਇਸੇ ਨੂੰ ਸਾਹਿਬ ਨੇ ਮਾਇਆ ਕਿਹਾ ਹੈ, ਇਨਸਾਨ ਦਾ ਭੁਲੇਖਾ ਕਿਹਾ ਹੈ। ਜਮਕਾਲ ਖਾ ਗਿਆ, ਮੇਰੇ ਜੀਵਨ ਨੂੰ ਖਾ ਗਿਆ। ਕੁਛ ਇਹੋ ਜਿਹਾ ਨਹੀਂ ਰਿਹਾ ਜਿਹੜਾ ਮੈਂ ਨਾਲ ਲਿਜਾ ਸਕਾਂ। ਨਾਲ ਮੰਗੋ ਦਾਨ ਠਾਕੁਰ ਨਾਮ, ਅਵਰ ਕਛੂ ਮੇਰੇ ਸੰਗ ਨਾ ਚਾਲੇ। ਪਰ ਜੋ ਕੁਛ ਦਿਖਦਾ ਹੈ ਉਹ ਨਾਲ ਨਹੀਂ ਜਾਂਦਾ, ਔਰ ਜੀਵਨ ਮੈਂ ਜਾਣਿਆ ਹੀ ਉਹੀ ਹੈ ਜੋ ਦਿਖ ਰਿਹਾ ਹੈ। ਸਾਹਿਬ ਦੱਸਦੇ ਹਨ ਕਿ ਗੁਰਮੁਖ ਦੇ ਜੀਵਨ ਵਿੱਚ ਇੱਕ ਇਹੋ ਜਿਹੀ ਡਾਇਮੈਂਸ਼ਨ ਹੈ ਜਿਹੜੀ ਬਿਆਨ ਤੋਂ ਪਰੇ ਹੈ, ਦੇਖੀ ਨਹੀਂ ਜਾ ਸਕਦੀ, ਸੁਣੀ ਨਹੀਂ ਜਾ ਸਕਦੀ, ਜਿਹਦੇ ਬਾਰੇ ਬੋਲਿਆ ਨਹੀਂ ਜਾ ਸਕਦਾ। ਉਹਦੇ ਮਨ ਦੀ ਅਵਸਥਾ ਅਕਥ ਹੈ, ਔਰ ਜਿੱਥੇ ਉਹਦਾ ਮਨ ਵਸਦਾ ਹੈ ਉਹ ਵੀ ਅਕਥ ਹੈ। ਅਸੀਂ ਬਹੁਤ ਮਾਣ ਰੱਖਦੇ ਹਾਂ ਇਸ ਗੱਲ ਦੇ ਉੱਤੇ ਕਿ ਅਸੀਂ ਬਹੁਤ ਜਗ੍ਹਾ ਵਿਚਰੇ ਹਾਂ, ਬੜੀ ਦੁਨੀਆ ਦੇਖੀ ਹੈ, ਬੜੇ ਸ਼ਹਿਰ ਘੁੰਮੇ ਹਾਂ, ਬਹੁਤ ਕੁਝ ਜਾਣਦੇ ਹਾਂ, ਪਰ ਇਹ ਸਭ ਕੁਝ ਕਥਨੀ ਦੇ ਅੰਦਰ ਹੈ। ਇਹਦੇ ਵਿੱਚ ਅੰਤ ਵਿੱਚ ਕੀ ਹੈ ਸਾਡੇ ਕੋਲ? ਕੁਛ ਵੀ ਨਹੀਂ। ਜਦੋਂ ਮੇਰੇ ਤੋਂ ਮੇਰੀਆਂ ਇੰਦਰੀਆਂ ਲਈ ਜਾਣਗੀਆਂ, ਜਿਹੜਾ ਸਰੀਰ ਚਲਾ ਜਾਏਗਾ, ਤਾਂ ਮੇਰਾ ਮਨ ਫਿਰ ਕਿਹੜੀ ਡਾਇਮੈਂਸ਼ਨ ਵਿੱਚ ਜਾਏਗਾ? ਉਹ ਵੀ ਬਿਆਨ ਤੋਂ ਪਰੇ ਹੈ। ਫਿਰ ਇਹ ਜਿਹੜਾ ਐਕਸਪੀਰੀਅੰਸ ਮੈਂ ਦੇਖਿਆ ਸੁਣਿਆ, ਔਰ ਮੈਨੂੰ ਜਿਸ ਨੂੰ ਮੈਂ ਜਾਣਦਾ ਹਾਂ ਕਿ ਮੇਰਾ ਇਹ ਜੀਵਨ ਹੈ, ਉਹ ਨਹੀਂ ਰਹੇਗਾ। ਇਸੇ ਕਰਕੇ ਮੌਤ ਦਾ ਇੰਨਾ ਡਰ ਹੈ ਮੈਨੂੰ, ਕਿਉਂਕਿ ਮੈਂ ਜੀਵਨ ਵਿੱਚ ਤਾਂ ਉਹੀ ਜਾਣਿਆ ਜਿਹੜਾ ਮੌਤ ਲੈ ਲਏਗੀ। ਦੁਨੀਆ ਵਿੱਚ ਜ਼ਿਆਦਾਤਰ ਅਸੀਂ ਇਹੀ ਮਹਿਸੂਸ ਕਰਦੇ ਹਾਂ ਕਿ ਮੌਤ ਦੀ ਐਂਡ ਹੈ, ਇਸ ਤੋਂ ਪਰੇ ਕੁਛ ਨਹੀਂ। ਪਰ ਇਸ ਪਦੇ ਦੀ ਪਹਿਲੀ ਪੰਕਤੀ ਵਿੱਚ ਜਦੋਂ ਸਾਹਿਬ ਕਹਿੰਦੇ ਹਨ ਗੁਰਮੁਖ ਅਕਥ ਕਥਾ ਵਿਚਾਰ, ਤਾਂ ਉਹ ਦੱਸ ਰਹੇ ਹਨ ਮੌਤ ਤੋਂ ਪਰੇ ਜੀਵਨ ਹੈ। ਇੱਕ ਇਹੋ ਜਿਹੀ ਡਾਇਮੈਂਸ਼ਨ ਹੈ ਜਿਹਦੇ ਬਾਰੇ ਅਸੀਂ ਬਹਿਸ ਨਹੀਂ ਕਰ ਸਕਦੇ, ਡਿਸਕਸ਼ਨ ਨਹੀਂ ਕਰ ਸਕਦੇ, ਜਿਹਨੂੰ ਦੇਖ ਨਹੀਂ ਸਕਦੇ, ਜਿਹਨੂੰ ਵਿਚਾਰ ਕੇ ਦੱਸ ਨਹੀਂ ਸਕਦੇ ਕਿਸੇ ਨੂੰ, ਪਰ ਫਿਰ ਵੀ ਯਤਨ ਤਾਂ ਸਭ ਕਰਦੇ ਹਨ। ਜਿਨ੍ਹਾਂ ਨੇ ਵੀ ਪਾਇਆ ਉਹਨਾਂ ਨੇ ਕੁਝ ਦੱਸਿਆ ਜ਼ਰੂਰ ਹੈ। ਗੁਰੂ ਸਾਹਿਬ ਵੀ ਸਾਨੂੰ ਦੱਸਣ ਦਾ ਯਤਨ ਕਰ ਰਹੇ ਹਨ ਗੁਰਮੁਖ ਕੀ ਹੈ। ਜਿਵੇਂ ਗੁਰਮੁਖ ਸਿੱਖੀ ਦਾ ਉਹ ਸਿਖਰ ਹੋਏ ਜਿੱਥੇ ਅਸੀਂ ਸਾਰਿਆਂ ਨੇ ਜਾਣਾ ਹੈ, ਜਿੱਥੇ ਉਹ ਸਾਨੂੰ ਪ੍ਰੇਰਨਾ ਚਾਹੁੰਦੇ ਹਨ, ਇੱਥੇ ਜ਼ਰੂਰ ਜਾਓ, ਇਹੀ ਜੀਵਨ ਹੈ।
ਜੇ ਇਹਨੂੰ ਨਹੀਂ ਜਾਣਿਆ, ਜੀਵਨ ਨੂੰ ਨਹੀਂ ਜਾਣਿਆ। ਮੇਰਾ ਜੀਵਨ ਤਾਂ ਉਲਟ ਹੈ ਮਹਾਰਾਜ। ਮੈਂ ਤਾਂ ਸਿਰਫ ਅੱਖੋਂ ਦੇਖੀ ਜੀਵਨ ਨੂੰ ਜੀਵਨ ਜਾਣਦਾ ਹਾਂ। ਜੇ ਇਸ ਤਰ੍ਹਾਂ ਦੇਖਿਆ ਜਾਏ ਤਾਂ ਜੀਵਨ ਇੱਕ ਬੜੇ ਤਰ੍ਹਾਂ ਦਾ ਟਰੈਪ ਬਣ ਗਿਆ ਹੈ। ਬਾਅਦ ਦਫਾ ਲੋਕ ਇਹ ਕਹਿੰਦੇ ਹਨ ਸਿੰਪਲ ਲਿਵਿੰਗ ਐਂਡ ਹਾਈ ਥਿੰਕਿੰਗ, ਪਰ ਹੁਣ ਜੀਵਨ ਬੜੀ ਕੰਪਲਿਕੇਟਿਡ ਹੋ ਗਿਆ ਹੈ। ਛੋਟੇ ਕਾਰੋਬਾਰ ਵਿੱਚ ਵੀ ਬੜੀ ਸ਼ਕਤੀ ਲੱਗਦੀ ਹੈ, ਬਹੁਤ ਕੁਝ ਕਰਨਾ ਪੈਂਦਾ ਹੈ। ਬਲਕਿ ਹੁਣ ਤਾਂ ਛੋਟੇ ਕਾਰੋਬਾਰ ਵਾਲੇ ਜ਼ਿਆਦਾ ਚਿੰਤਿਤ ਨੇ ਸਾਡੇ ਦੇਸ਼ ਵਿੱਚ। ਇਹੋ ਜਿਹੀ ਵਿਆਕੁਲਤਾ ਤੋਂ ਕੀ ਮੇਰੀ ਮੁਕਤੀ ਹੈ, ਕੀ ਮੇਰਾ ਰਸਤਾ ਹੈ? ਸਾਹਿਬ ਨੇ ਸਾਨੂੰ ਇੱਕ ਬਹੁਤ ਪਿਆਰ ਵਾਲੇ ਬਚਨ ਨਾਲ ਜੋੜਿਆ ਹੈ। ਅੱਜ ਦੇ ਪਦੇ ਵਿੱਚ ਹਰ ਪੰਕਤੀ ਇੱਕ ਇਹੋ ਜਿਹੀ ਡਾਇਮੈਂਸ਼ਨ ਦੀ ਗੱਲ ਕਰ ਰਹੀ ਹੈ, ਜਿਹਦੀ ਐਲੀਗਰੀਜ਼ ਹਨ, ਜਿਹਦੇ ਕਈ ਮੀਨਿੰਗ ਨਿਕਲ ਸਕਦੇ। ਮਨ ਇੱਕ ਤਰ੍ਹਾਂ ਦਾ ਟਰੈਪ ਹੈ, ਇਹ ਫਸਾਉਂਦਾ ਹੈ ਸਾਨੂੰ, ਔਰ ਇਹਦੇ ਚੋਂ ਨਿਕਲਣ ਦਾ ਦਰਵਾਜ਼ਾ ਵੀ ਬਹੁਤ ਛੋਟਾ ਹੈ। ਉਹ ਦਰਵਾਜ਼ਾ ਸ਼ਬਦ ਗੁਰੂ ਹੈ, ਨਾਮ ਹੈ, ਸਹਿਜ ਹੈ। ਇਹਨਾਂ ਸ਼ਬਦਾਂ ਬਾਰੇ ਇਸ ਬਾਣੀ ਵਿੱਚ ਬਾਰ-ਬਾਰ ਸਾਨੂੰ ਦਰਸ਼ਨ ਵਿੱਚ ਸਾਹਿਬ ਇਹ ਸ਼ਬਦ ਬਖਸ਼ਦੇ ਹਨ, ਜਿਵੇਂ ਕਿ ਸਾਡੇ ਜੀਵਨ ਦੀ ਫਾਊਂਡੇਸ਼ਨ ਰੱਖ ਰਹੇ ਹੋਣ। ਗੁਰਮੁਖ ਅਕਥ ਕਥੈ ਵਿਚਾਰ, ਉਹਨੂੰ ਅਕਥ ਕਥਾ ਦੀ ਵਿਚਾਰ ਆ ਜਾਂਦੀ ਹੈ। ਗੁਰਮੁਖ ਨੂੰ ਗਿਆਨ ਹੋ ਜਾਂਦਾ ਹੈ, ਅਵੇਅਰਨੈਸ ਹੋ ਜਾਂਦੀ ਹੈ। ਗੁਰਬਾਣੀ ਵਿੱਚ ਦਸਮ ਦੁਆਰ ਦੀ ਗੱਲ ਚੱਲੀ ਹੈ। ਅਸੀਂ ਦਸਮ ਦੁਆਰ ਨੂੰ ਜਾਣਦੇ ਨਹੀਂ ਹਾਂ, ਸਾਨੂੰ ਐਕਸਪੀਰੀਅੰਸ ਨਹੀਂ ਹੈ। ਇਸ ਕਰਕੇ ਅਸੀਂ ਪੜ੍ਹ ਕੇ ਕੀ ਕਰਾਂਗੇ? ਪੜ੍ਹ ਵੀ ਲਵਾਂਗੇ ਤਾਂ ਉਹਦਾ ਕੀ ਕਰਾਂਗੇ? ਅਸਲ ਗੱਲ ਤਾਂ ਖੁੱਲ੍ਹਦੀ ਹੈ ਜੇ ਦਸਮ ਦੁਆਰ ਦੇ ਐਕਸਪੀਰੀਅੰਸ ਵੱਲ ਮੈਂ ਟੁਰ ਪਾਵਾਂ। ਅਸਲ ਗੱਲ ਤਾਂ ਟੁਰਦੀ ਹੈ ਜਦੋਂ ਉਸ ਰਸਤੇ ਨੂੰ ਮੈਂ ਚੱਲ ਪਾਵਾਂ ਜਿਹੜਾ ਮੈਨੂੰ ਉਸ ਗੋਲ ਵੱਲ ਲਿਜਾ ਰਿਹਾ ਹੈ। ਕਿਸੇ ਨੇ ਮੈਨੂੰ ਮੈਪ ਦਿੱਤਾ ਔਰ ਦੱਸਿਆ ਕਿ ਇੱਥੇ ਖਜ਼ਾਨਾ ਪਿਆ ਹੈ, ਪਰ ਮੈਂ ਉਸ ਮੈਪ 'ਤੇ ਚੱਲਾਂ ਨਾ, ਖਜ਼ਾਨਾ ਮੈਂ ਲੱਭਾਂ ਨਾ, ਜਾਂ ਮੈਂ ਲੱਭਣਾ ਚਾਹੁੰਦਾ ਨਹੀਂ। ਕੋਈ ਵੀ ਕਾਰਨ ਹੋਏ ਤਾਂ ਉਹ ਦੱਸਣਾ ਵੀ ਬੇਅਰਥ ਹੋ ਜਾਂਦਾ ਹੈ। ਨਾ ਮੈਂ ਉਸ 'ਤੇ ਟੁਰਿਆ, ਨਾ ਮੈਂ ਉਹਨੂੰ ਜਾਣਿਆ, ਨਾ ਮੈਂ ਉਹ ਖਜ਼ਾਨਾ ਪਾਇਆ। ਜੀਵਨ ਦੇ ਐਕਸਪੀਰੀਅੰਸ ਵਿੱਚ ਅਗਰ ਕੋਈ ਸਾਡੇ ਨਾਲ ਇਸ ਤਰ੍ਹਾਂ ਕਦੇ ਹੋਏ ਤਾਂ ਦੁਨੀਆ ਸਾਨੂੰ ਮੂਰਖ ਕਹੇਗੀ। ਤੇਰੇ ਕੋਲ ਖਜ਼ਾਨਾ ਜਿੱਤਣ ਦੀ ਇੱਕ ਆਪਸ਼ਨ ਸੀ, ਗਵਾ ਦਿੱਤੀ। ਤੇਰੇ ਤੋਂ ਵੱਡਾ ਮੂਰਖ ਕੌਣ ਹੈ? ਮੈਂ ਆਪਣੇ ਆਪ ਨੂੰ ਵੀ ਇਹ ਕਹਿੰਦਾ ਹਾਂ, ਮੇਰੇ ਤੋਂ ਵੱਡਾ ਮੂਰਖ ਕੌਣ ਹੈ? ਜੀਵਨ ਵੀ ਇੱਕ ਖਜ਼ਾਨੇ ਵਿੱਚ ਨੂੰ ਜਾਣਨ ਦੀ ਵਿਧੀ ਹੈ। ਖਜ਼ਾਨੇ ਤੋਂ ਭਾਵ ਕੀ ਹੋਇਆ? ਸਾਰੀ ਦੁਨੀਆ ਦਾ ਖਜ਼ਾਨਾ ਮੈਨੂੰ ਮਿਲ ਜਾਏ, ਕੀ ਮਿਲੇਗਾ? ਮੈਂ ਸੁੱਖ ਤੋਂ ਹੀ ਰਿਲੇਟ ਕਰਦਾ ਉਸ ਨੂੰ ਨਾ। ਮੇਰੀ ਇਹੀ ਜਜਮੈਂਟ ਹੈ ਜੀਵਨ ਬਾਰੇ ਕਿ ਜਿਹਦੇ ਕੋਲ ਜ਼ਿਆਦਾ ਪੈਸਾ ਔਰ ਪਾਵਰ ਹੈ ਉਹ ਖੁਸ਼ ਹੈ, ਉਹਦੇ ਕੋਲ ਹੈਪੀਨੈਸ ਹੈ। ਦਰਅਸਲ ਉਹ ਹੈ ਕਿ ਨਹੀਂ ਪਤਾ ਨਹੀਂ, ਪਰ ਇਹੀ ਮੇਰੀ ਪਰਸੈਪਸ਼ਨ ਹੈ। ਉਸੇ ਦੇ ਪਿੱਛੇ ਤਾਂ ਮੈਂ ਟੁਰ ਰਿਹਾ। ਇਹ ਇੱਕ ਮਿਰਾਜ ਹੈ ਜੀਵਨ ਦਾ। ਮਿਰਾਜ ਹੈ ਕਿ ਨਹੀਂ, ਇਹ ਕਿਸ ਤਰ੍ਹਾਂ ਪਤਾ ਲੱਗੇਗਾ? ਰੇਗਿਸਤਾਨ ਦੇ ਵਿੱਚ ਮੈਨੂੰ ਜਦੋਂ ਰਿਫਲੈਕਸ਼ਨ ਦਿਖੀ ਪਾਣੀ ਦੀ, ਮੈਂ ਟੁਰ ਪਿਆ, ਮੈਨੂੰ ਨਹੀਂ ਮਿਲਿਆ। 1 ਵਾਰ 2 ਵਾਰ 3 ਵਾਰ, ਪਰ ਇਹ ਤੇ ਜੀਵਨ ਦੀ ਬਾਰ-ਬਾਰ ਗਲਤੀ ਹੈ। ਇਹ ਤੇ ਜੀਵਨ ਦਾ ਬਾਰ-ਬਾਰ ਐਕਸਪੀਰੀਅੰਸ ਫਾਲਟਰ ਕਰਦਾ ਹੈ, ਕਿਉਂਕਿ ਜਿਹੜਾ ਮੈਨੂੰ ਉਸ ਡਿਸਅਪੋਇੰਟਮੈਂਟ ਵਿੱਚ ਜਿਹੜਾ ਦੁੱਖ ਮਿਲਦਾ ਹੈ, ਉਸ ਦੁੱਖ ਨੂੰ ਮੈਂ ਮਨ ਦੇ ਵਿੱਚ ਨਹੀਂ ਵਸਾਉਂਦਾ। ਕਿਤਨੀ ਵਾਰ ਇਸ ਤਰ੍ਹਾਂ ਜੀਵਨ ਵਿੱਚ ਮੇਰੇ ਨਾਲ ਹੋਇਆ। ਜੀਵਨ ਦੀਆਂ ਕਮਾਈਆਂ ਤੇ ਫਿਰ ਵੀ ਸੌਖੀਆਂ ਨੇ, ਪਰ ਬਾਣੀ ਸਾਨੂੰ ਦੱਸਦੀ ਹੈ ਕਿ ਜੀਵਨ ਦੇ ਵਿੱਚ ਇੱਕ ਇਹੋ ਜਿਹਾ ਖਜ਼ਾਨਾ ਹੈ ਜਿਹੜਾ ਅਕਥ ਹੈ, ਜਿਹਦੀ ਕਥਾ ਨਹੀਂ ਕਹੀ ਜਾ ਸਕਦੀ, ਜਿਹੜਾ ਆਨੰਦ ਦਾ ਸੋਮਾ ਹੈ।
ਸਾਰੀ ਦੁਨੀਆ ਦੀ ਖੁਸ਼ੀ, ਸਾਰੀ ਦੁਨੀਆ ਦੇ ਪਦਾਰਥ ਉਹ ਖੁਸ਼ੀ ਨਹੀਂ ਦੇ ਸਕਦੇ ਜਿਹੜਾ ਉਸ ਐਕਸਪੀਰੀਅੰਸ ਵਿੱਚ ਸਾਨੂੰ ਮਿਲ ਸਕਦਾ ਹੈ। ਔਰ ਉਹ ਐਕਸਪੀਰੀਅੰਸ ਅਵੇਲੇਬਲ ਕਿੱਥੇ ਹੈ? ਸਾਹਿਬ ਕਹਿੰਦੇ ਨੇ ਮਨ ਦੇ ਅੰਦਰ ਹੈ। ਉਹਦੀ ਚਾਬੀ ਕਿਹਦੇ ਕੋਲ ਹੈ? ਸ਼ਬਦ ਗੁਰੂ ਕੋਲ ਉਹਦੀ ਚਾਬੀ ਹੈ। ਉਸ ਨੂੰ ਮੈਂ ਅਗਰ ਖੋਲ੍ਹ ਲਵਾਂ ਤਾਂ ਇਹ ਮਨ ਦਾ ਐਕਸਪੀਰੀਅੰਸ ਮੈਨੂੰ ਖੁੱਲ੍ਹ ਸਕਦਾ ਹੈ। ਹੁਣ ਇਹ ਮੈਪ ਹੋ ਗਿਆ ਨਾ, ਮਨ ਦੇ ਖਜ਼ਾਨੇ ਵੱਲ ਟੁਰਨ ਦਾ ਇੱਕ ਰਸਤਾ ਮਿਲ ਗਿਆ। ਦੱਸਿਆ ਜਾ ਰਿਹਾ ਹੈ ਪਰ ਮੈਂ ਉਸ ਵੱਲ ਟੁਰਦਾ ਨਹੀਂ ਹਾਂ। ਅਖੀਰ ਜੀਵਨ ਦੇ ਵਿੱਚ ਕੀ ਮੈਟਰ ਕਰੇਗਾ? ਮੈਂ ਕਿਹਨਾਂ ਨਾਲ ਜੀਆ, ਮੇਰੇ ਮਾਤਾ ਪਿਤਾ ਕੌਣ ਸਨ, ਮੇਰੇ ਬੱਚੇ ਕੌਣ ਹਨ, ਮੈਂ ਕਿਹਨਾਂ ਨਾਲ ਕੰਮ ਕੀਤਾ, ਇਹ ਮੈਟਰ ਅਸਲ ਵਿੱਚ ਜੀਵਨ ਦੇ ਬਿਯੋਂਡ ਕਰੇਗਾ ਕਿ ਨਹੀਂ ਕਰੇਗਾ? ਇਹ ਵਿਚਾਰਨ ਵਾਲੀ ਗੱਲ ਹੈ। ਬਾਣੀ ਦੱਸਦੀ ਹੈ ਕਿ ਨਹੀਂ ਕਰੇਗਾ। ਬਾਣੀ ਦੇ ਵਿਚਾਰ ਇਹ ਦੱਸਦੇ ਹਨ ਕਿ ਮੈਂ ਕੋਈ ਜਿਹੜਾ ਕੰਮ ਕਰ ਰਿਹਾ ਹਾਂ, ਜਿਹੜੇ ਮੇਰੇ ਸੰਗੀ ਨੇ, ਜਿਹੜੇ ਮੇਰੇ ਨਾਲ ਨੇ, ਉਹਨਾਂ ਦਾ ਸਾਥ ਛੁੱਟ ਜਾਏਗਾ, ਉਹ ਪਰਮਾਨੈਂਟ ਨਹੀਂ ਹੈ ਮੇਰੇ ਨਾਲ, ਤਾਂ ਫਿਰ ਕਿਹਦਾ ਸਾਥ ਰਹੇਗਾ? ਇਹ ਅਕਥ ਦੀ ਡਾਇਮੈਂਸ਼ਨ ਹੈ। ਤਾਂ ਮੈਂ ਸਮਝ ਲਵਾਂ ਕਿ ਜੋ ਕੁਝ ਮੈਂ ਜਾਣਦਾ ਹਾਂ, ਜੋ ਕੁਝ ਮੈਨੂੰ ਮਿਲਿਆ, ਜੋ ਕੁਝ ਮੈਨੂੰ ਦਿਖਿਆ, ਜੋ ਕੁਝ ਮੈਨੂੰ ਜੀਵਨ ਵਿੱਚ ਮੈਂ ਫਿਜ਼ੀਕਲੀ ਐਕਸਪੀਰੀਅੰਸ ਕੀਤਾ, ਉਹ ਮੇਰੇ ਮਨ ਦੇ ਵਿੱਚ ਤਾਂ ਹੈ, ਬਟ ਉਹਦੀ ਕੋਈ ਐਬਸੋਲੂਟ ਵੈਲਿਊ ਨਹੀਂ ਹੈ। ਉਹ ਮੇਰੇ ਉਸ ਮਨ ਦੇ ਹਿੱਸੇ ਵਿੱਚ ਹੈ ਜਿਹੜਾ ਉਸ ਕਥਾ ਦੀ ਗੱਲ ਨਹੀਂ ਕਰਦਾ, ਉਸ ਖਜ਼ਾਨੇ ਦੀ ਗੱਲ ਨਹੀਂ ਕਰਦਾ ਜਿਹੜੀ ਅਕਥ ਹੈ, ਜਿੱਥੇ ਮੇਰੀ ਈਗੋ ਹੈ। ਔਰ ਸਰੀਰ ਦੇ ਨਾਲ ਈਗੋ ਖਤਮ, ਈਗੋ ਮਨ ਦੇ ਵਿੱਚ ਤਾਂ ਰਹੇਗੀ ਪਰ ਜੀਵਨ ਦਾ ਈਗੋ ਖਤਮ ਹੋ ਜਾਏਗੀ। ਦੀਵਾਰ ਮੇਰੇ ਨਾਲ ਰਹੇਗੀ, ਮਨ ਦੇ ਅੰਦਰ ਇੱਕ ਦੀਵਾਰ ਖੜੀ ਹੈ, ਮੈਂ ਹਾਂ, ਉਹ ਤੂੰ ਹੈ ਤੋਂ ਪਰੇ ਹੈ। ਇਸ ਕਰਕੇ ਤੂੰ ਹੀ ਨਿਰੰਕਾਰ ਦਾ ਐਕਸਪੀਰੀਅੰਸ ਮੇਰੇ ਮਨ ਵਿੱਚ ਨਹੀਂ ਆ ਸਕਦਾ। ਪਰ ਇੱਕ ਕੂੜ ਦੀ ਦੀਵਾਰ ਲੈ ਕੇ ਮੈਂ ਅੱਗੇ ਟੁਰ ਪਾਵਾਂਗਾ। ਕਿੱਧਰ ਜਾਵਾਂਗਾ, ਨਹੀਂ ਜਾਵਾਂਗਾ। ਸਾਹਿਬ ਕਹਿੰਦੇ ਨੇ ਉਹ ਬੀਜ ਜਿਹੜੇ ਬੀਜੇ ਨੇ ਉਸ ਤਰ੍ਹਾਂ ਫਲੋ ਕਰੇਗਾ ਜੀਵਨ। ਲੈ ਕਹਾ ਕਾ ਤੂੰ ਨਾ ਛੂਟੀਏ ਹਮ ਖਿਨ ਖਿਨ ਭੁੱਲਨਹਾਰ, ਬਖਸ਼ਣਹਾਰਾ ਬਖਸ਼ ਦੇ ਨਾਨਕ ਪਾਰ ਉਤਾਰ। ਇਹ ਕਰਮਾਂ ਦੀ ਔਰ ਨਦਰ ਦੀ ਇੱਕ ਖੇਡ ਹੈ। ਨਦਰ ਅਕਥ ਹੈ ਔਰ ਕਰਮ ਕਥਨੀ ਦੇ ਵਿੱਚ ਨੇ, ਜਿਹਦੇ 'ਚ ਅਸੀਂ ਕਹਿੰਦੇ ਹਾਂ ਮੈਂ ਇਹ ਕੀਤਾ ਤਾਂ ਮੈਂ ਪਾ ਲਿਆ। ਜਦ ਤੱਕ ਮੈਂ ਕਰਨ ਵਾਲਾ ਹਾਂ ਤਾਂ ਮੈਂ ਦੁੱਖ ਹੀ ਪਾਵਾਂਗਾ। ਜਦ ਤੱਕ ਮੈਂ ਕਰਦਾ ਰਹਾਂਗਾ, ਮੈਂ ਹੋਵਾਂਗਾ, ਤਦ ਤੱਕ ਦੁੱਖ ਮੇਰੇ ਨਾਲ ਬਣਿਆ ਰਹੇਗਾ। ਇਹ ਕਥਨ ਦੇ ਵਿੱਚ ਹੈ। ਲੱਗਦਾ ਹੈ ਸੁੱਖ ਹੈ ਪਰ ਮਿਲਦਾ ਇਹਦੇ 'ਚ ਦੁੱਖ ਹੀ ਹੈ। ਜਾਗ ਲਿਓ ਰੇ ਮਨਾ ਜਾਗ ਲਿਓ, ਕਹਾਂ ਗਾਫਲ ਸੋਇਆ, ਜੋ ਤਨ ਉਪਜਿਓ ਸੰਗ ਹੀ ਸੋ ਵੀ ਸੰਗ ਨਾ ਹੋਆ। ਇਹ ਸਰੀਰ ਦੇ ਨਾਲ ਦੁਨੀਆ ਦੇ ਕਥਨ ਦੇ ਜੀਵਨ ਖਤਮ ਹੋ ਜਾਂਦਾ ਹੈ। ਸਾਹਿਬ ਸਾਨੂੰ ਉਸ ਅਕਥ ਦੀ ਕਥਾ ਵੱਲ ਪ੍ਰੇਰ ਰਹੇ ਹਨ ਜਿਹੜਾ ਗੁਰਮੁਖ ਕਮਾ ਲੈਂਦਾ ਹੈ, ਜਿਹਦੇ ਵਿੱਚ ਇੱਕ ਖਜ਼ਾਨਾ ਹੈ ਜਿਹੜਾ ਮੇਰੇ ਕੋਲ ਤਾਂ ਹੈ ਪਰ ਮੈਂ ਉਹਨੂੰ ਜਾਣਦਾ ਨਹੀਂ। ਸਾਹਿਬ ਕਹਿੰਦੇ ਨੇ ਉਹਨੂੰ ਜਾਣ ਸਕਦੇ ਹਾਂ। ਇੱਕ ਇਹੋ ਜਿਹਾ ਆਨੰਦ ਦਾ ਐਕਸਪੀਰੀਅੰਸ ਹੈ। ਫਿਰ ਨਾਲ ਉਹ ਕਹਿੰਦੇ ਨੇ ਕਿ ਇਹ ਸਦਾ ਲਈ ਹੈ। ਗੁਰਮੁਖ ਦੀ ਗੱਲ ਵਿਚਾਰਦੇ ਹੋਏ ਸਾਹਿਬ ਸਾਨੂੰ ਇਸ ਡਾਇਮੈਂਸ਼ਨ ਵੱਲ ਪ੍ਰੇਰ ਰਹੇ ਹਨ ਜਿਹੜੀ ਅਕਥ ਹੈ, ਜਿਹਦੀ ਕਥਨ ਨਹੀਂ ਕੀਤਾ ਜਾ ਸਕਦਾ। ਤਾਂ ਇਹਦੇ ਵਿੱਚ ਇਹ ਜਾਣ ਸਕਦੇ ਹਾਂ ਕਿ ਜੋ ਕੁਝ ਮੈਂ ਦੇਖਿਆ ਜਾਣਿਆ ਜੀਵਨ ਵਿੱਚ, ਉਹ ਅਸਲ ਸੱਤ ਨਹੀਂ ਹੈ ਜੀਵਨ ਦਾ। ਜੀਵਨ ਦਾ ਅਸਲ ਸੱਤ ਕਿਸੇ ਹੋਰ ਡਾਇਮੈਂਸ਼ਨ ਵਿੱਚ ਹੈ ਜਿਹੜੀ ਸਾਨੂੰ ਇਸ ਪਦੇ ਵਿੱਚ ਹੁਣ ਸਮਝਾਣਗੇ ਕਿਵੇਂ ਰਿਵੀਲ ਹੁੰਦਾ ਹੈ। ਸਾਹਿਬ ਕਹਿੰਦੇ ਨੇ ਗੁਰਮੁਖ ਨਿਭੇ ਸਪਰਿਵਾਰ। ਸਾਹਿਬ ਨੇ ਸਾਨੂੰ ਯੋਗੀਆਂ ਦੇ ਇਸ ਜੀਵਨ ਦੇ ਬਾਰੇ ਦੱਸਿਆ ਹੈ। ਹਾਟੀ ਬਾਟੀ ਰਹੇ ਨਿਰਾਲੇ, ਜਿਹੜੇ ਜੀਵਨ ਨੂੰ ਛੱਡ ਕੇ ਚਲੇ ਜਾਂਦੇ ਹਨ,
ਪਰਿਵਾਰ ਨੂੰ ਛੱਡ ਦਿੰਦੇ ਹਨ, ਇਸ ਸੋਚ ਨਾਲ ਕਿ ਜੀਵਨ ਦਾ ਸੱਤ ਉਹਨਾਂ ਕੋਲ ਪਹੁੰਚ ਗਿਆ, ਕਿ ਇਹ ਸਭ ਝੂਠ ਹੈ। ਪਰ ਹਜ਼ੂਰ ਦਾ ਐਕਸਪੀਰੀਅੰਸ ਕੁਝ ਹੋਰ ਕਹਿੰਦਾ ਹੈ। ਮਹਾਰਾਜ ਕਹਿੰਦੇ ਨੇ ਕਿ ਜੀਵਨ ਦਾ ਐਕਸਪੀਰੀਅੰਸ ਤਾਂ ਝੂਠ ਤਦ ਤੱਕ ਹੈ ਜਦ ਤੱਕ ਮੈਂ ਸੱਤ ਨੂੰ ਨਹੀਂ ਜਾਣਿਆ ਮਨ ਵਿੱਚ। ਜਦ ਮੈਂ ਮਨ ਵਿੱਚ ਸੱਤ ਨੂੰ ਜਾਣ ਲਿਆ, ਫਿਰ ਇਹ ਸਭ ਕੁਝ ਰੈਲੇਵੈਂਟ ਹੋ ਸਕਦਾ ਹੈ। ਇਹਦਾ ਮਤਲਬ ਅਸਲ ਵਿੱਚ ਉਹ ਜਿੰਦਾ ਹੈ ਜਿਹੜਾ ਗੁਰਮੁਖ ਹੈ। ਉਹ ਇਸ ਦੁਨੀਆ ਦੀ ਰਿਐਲਿਟੀ ਨੂੰ ਜਾਣ ਕੇ ਜਿੰਦਾ ਹੈ, ਧੋਖੇ ਵਿੱਚ ਨਹੀਂ ਜਿੰਦਾ। ਤਾਂ ਜਦੋਂ ਅਸੀਂ ਕਿਸੇ ਦੇ ਧੋਖੇ ਵਿੱਚ ਨਹੀਂ ਹੁੰਦੇ ਤਾਂ ਸਾਡੀ ਫੁਲਫਿਲਮੈਂਟ, ਉਹਦੀ ਇੰਜੋਇਮੈਂਟ ਹੋਰ ਇਨਕਰੀਜ਼ ਹੋ ਜਾਂਦੀ ਹੈ। ਦੁਨੀਆ ਨੂੰ ਬਾਅਦ ਦਫਾ ਲੱਗਦਾ ਹੈ ਕਿ ਜਿਹੜਾ ਸਾਧ ਹੈ ਜਾਂ ਜਿਸ ਨੇ ਜਾਣ ਲਿਆ ਹੈ, ਉਹਨੇ ਤਿਆਗ ਕਰ ਦਿੱਤਾ। ਸਾਹਿਬ ਦੇ ਜੀਵਨ 'ਚੋਂ ਸਾਨੂੰ ਦਿਖਦਾ ਹੈ ਕਿ ਉਹਨਾਂ ਨੇ ਅਸਲ ਜਾਣਿਆ ਜੀਵਨ ਨੂੰ। ਜਿਨ੍ਹਾਂ ਨੇ ਗੁਰਮੁਖ ਜੀਵਨ ਜੀਆ, ਉਹਨਾਂ ਨੇ ਇਸ ਜੀਵਨ ਨੂੰ ਵੀ ਫੁਲਫਿਲਡ ਜੀਆ ਔਰ ਬਿਯੋਂਡ ਨੂੰ ਵੀ ਜਾਣ ਲਿਆ, ਕਿਉਂਕਿ ਇਸ ਜੀਵਨ ਦੇ ਧੋਖੇ 'ਚ ਨਹੀਂ ਰਹੇ, ਉਸ ਮਾਇਆ ਦੇ ਚੱਕਰ 'ਚ ਨਹੀਂ ਹਨ। ਸਾਹਿਬ ਨੇ ਸਾਨੂੰ ਇਸ ਬਾਣੀ ਵਿੱਚੋਂ ਗੱਲ ਵੀ ਦੱਸੀ ਹੈ ਔਰ ਬੜੇ ਪਿਆਰ ਨਾਲ ਸਮਝਾਇਆ ਹੈ। ਜੈਸੇ ਜਲ ਮੇਂ ਕਮਲ ਨਿਰਾਲਮ ਮੁਰਗਾਈ ਨੇ ਸਾਣੇ, ਸੁਰਤ ਸ਼ਬਦ ਭਵ ਸਾਗਰ ਤਰੀਏ ਨਾਨਕ ਨਾਮ ਬਖਾਣੇ। ਜਿਵੇਂ ਜਲ ਵਿੱਚ ਕਮਲ ਰਹਿੰਦਾ ਹੈ, ਨਿਰਲੇਪ ਹੋ ਕੇ ਰਹਿੰਦਾ ਹੈ। ਜਿਵੇਂ ਇੱਕ ਪੰਛੀ ਪਾਣੀ ਵਿੱਚ ਰਹਿੰਦਾ ਹੈ, ਉਹਦੇ ਪੰਖ ਭਿੱਜਦੇ ਨਹੀਂ ਹਨ, ਤਿਵੇਂ ਅਸੀਂ ਸੁਰਤ ਔਰ ਸ਼ਬਦ ਨੂੰ ਸੰਭਾਲ ਕੇ ਇਸ ਜੀਵਨ ਨੂੰ ਅਸਲ ਰੂਪ ਵਿੱਚ ਜੀ ਸਕਦੇ ਹਾਂ। ਇਸ ਤਰ੍ਹਾਂ ਜੀ ਸਕਦੇ ਹਾਂ ਕਿ ਇਹਦਾ ਸਾਨੂੰ ਇੰਪੈਕਟ ਨਹੀਂ ਪੈਂਦਾ, ਕਿਉਂਕਿ ਮੈਂ ਇਹਦੇ 'ਚ ਹਾਂ ਹੀ ਨਹੀਂ, ਕਰਨ ਵਾਲਾ ਮੈਂ ਨਹੀਂ ਰਹਿ ਗਿਆ। ਤਾਂ ਇਹਦਾ ਦੁੱਖ ਜਿਹੜਾ ਹੈ ਜੀਵਨ ਦੀ ਤਹਿ 'ਤੇ ਭਾਵੇਂ ਹੋਏਗਾ, ਪਰ ਉਹ ਸਾਡੇ ਅਸਲ ਵਿੱਚ ਛੋਹ ਨਹੀਂ ਪਾ ਪਾਏਗਾ। ਮੈਨੂੰ ਲੱਗਦਾ ਹੈ ਇੱਕ ਤਰ੍ਹਾਂ ਨਾਲ ਬੈਸਟ ਆਫ ਬੋਥ ਵਰਲਡ ਸਿਰਫ ਉਹਦੇ ਕੋਲ ਹਨ ਜਿਹਨੇ ਸੱਤ ਨੂੰ ਜਾਣਿਆ। ਐਸੇ ਕਰਕੇ ਅਸੀਂ ਗੁਰਮੁਖ ਨੂੰ ਇਤਨੀ ਵੈਲਿਊ ਦਿੰਦੇ ਹਾਂ, ਕਿਉਂਕਿ ਬਾਕੀ ਤਾਂ ਅਸੀਂ ਸਾਰੇ ਧੋਖੇ ਵਿੱਚ ਜੀ ਰਹੇ ਹਾਂ। ਮੇਰੇ ਵਰਗੇ ਤਾਂ ਉਪਦੇਸ਼ ਭਾਵੇਂ ਦਿੰਦੇ ਹੋਣ, ਜਾਣਿਆ ਕਿੰਨਾ ਹੈ, ਕਰਮ ਕਿਤਨੇ ਬਦਲੀ ਹੋਏ ਹਨ। ਸਾਹਿਬ ਕਹਿੰਦੇ ਨੇ ਗੁਰਮੁਖ ਨਿਭੇ ਸਭ ਪਰਿਵਾਰ। ਇੱਥੇ ਇਸ ਪਰਿਵਾਰ ਦੇ ਵਿੱਚ ਹੀ ਜੀਂਦੇ ਹੋਏ ਨਿਭ ਜਾਂਦੀ ਹੈ ਸੱਤ ਨਾਲ। ਕੋਈ ਲੋੜ ਨਹੀਂ ਹੈ ਭੱਜਣ ਦੀ ਕਿਧਰੇ। ਜੋ ਜਿਸ ਚੀਜ਼ ਦੀ ਵੈਲਿਊ ਹੈ ਉਸ ਨੂੰ ਉਸ ਤਰ੍ਹਾਂ ਰੱਖਿਆ ਜਾਂਦਾ ਹੈ, ਅਤੇ ਜੀਵਨ ਦੇ ਵਿੱਚ ਧੋਖਾ ਨਹੀਂ ਰਹਿੰਦਾ। ਪਰ ਅੱਜ ਦਾ ਜੀਵਨ ਕੁਝ ਹੋਰ ਹੈ। ਇਹ ਸਾਰੇ ਜੀਵਨ ਦੇ ਕੌਨਫਲਿਕਟਸ ਹੀ ਸਾਨੂੰ ਦਿਖ ਰਹੇ ਹਨ। ਇਹ ਐਕਚੁਅਲੀ ਮਨ ਦੀ ਤਹਿ ਦੇ ਕੌਨਫਲਿਕਟਸ ਹਨ। ਕਿਸੇ ਨੇ ਇਹ ਜਾਣਿਆ ਕਿ ਉਹਦੇ ਕੋਲ ਹਜ਼ਾਰਾਂ ਕਰੋੜ ਵੀ ਘੱਟ ਹੈ, ਤਾਂ ਇਸ ਜੀਵਨ ਵਿੱਚ ਅਗਰ ਇੱਕ ਨੇ ਨਫਾ ਕਮਾਉਣਾ ਹੈ ਤਾਂ ਦੂਜੇ ਨੂੰ ਨੁਕਸਾਨ 'ਚ ਦਿਖਣਾ ਪਏਗਾ। ਸ਼ੇਅਰ ਮਾਰਕੀਟ ਵਿੱਚ ਅਗਰ ਕੋਈ ਸ਼ੇਅਰ ਵਿੱਚ ਪ੍ਰੋਫਿਟ ਕਮਾਉਂਦਾ ਹੈ ਤਾਂ ਕਿਸੇ ਨੂੰ ਨੁਕਸਾਨ ਵੀ ਹੁੰਦਾ ਹੈ। ਤਾਂ ਇੱਕ ਦਾ ਨੁਕਸਾਨ ਹੀ ਦੂਜੇ ਦਾ ਲਾਭ ਹੈ। ਤਾਂ ਫਿਰ ਉਹ ਅਤੀ ਵਿੱਚ ਟੁਰ ਪੈਂਦਾ ਹੈ ਕਿ ਮੈਂ ਕਿਤਨਾ ਦੂਸਰੇ ਦਾ ਨੁਕਸਾਨ ਕਰ ਸਕਾਂ ਕਿ ਮੈਨੂੰ ਲਾਭ ਹੋ ਜੇ। ਉਹ ਭਾਵੇਂ ਇਹ ਨਾ ਸੋਚਦਾ ਹੋਏ ਦੂਸਰੇ ਦਾ ਨੁਕਸਾਨ, ਪਰ ਜਦੋਂ ਉਹ ਆਪਣਾ ਨਫਾ ਇਸ ਤਰ੍ਹਾਂ ਦੇਖ ਰਿਹਾ ਹੈ ਕਿ ਦੂਸਰੇ ਨੂੰ ਨੁਕਸਾਨ ਹੋਣਾ ਹੀ ਹੋਣਾ ਹੈ, ਸੋ ਇੱਥੇ ਸਾਰੇ ਨਹੀਂ ਜਿੱਤ ਸਕਦੇ। ਸਰਬੱਤ ਦਾ ਭਲਾ ਨਹੀਂ ਹੁੰਦਾ ਜਦ ਤੱਕ ਵੰਡ ਕੇ ਨਹੀਂ ਛਕਦੇ। ਜਦ ਤੱਕ ਦਰਵਾਜ਼ੇ ਘਰ ਦੇ ਖੁੱਲ੍ਹੇ ਨਾ ਹੋਣ, ਤਦ ਤੱਕ ਜੀਵਨ ਦੇ ਕੌਨਫਲਿਕਟਸ ਰਹਿਣਗੇ। ਮਨ ਦਾ ਇਹ ਕੌਨਫਲਿਕਟ ਹੈ ਕਿ ਅਸਲ ਮਨ ਦਾ ਸੱਤ ਕਿੱਥੇ ਛਿਪਿਆ ਹੈ। ਪਦਾਰਥਵਾਦ ਵਿੱਚ ਹੈ ਕਿ ਮਨ ਦੇ ਅੰਦਰ ਕੋਈ ਹੋਰ ਵੀ ਸੱਤ ਹੈ। ਇਹੀ ਤਾਂ ਕੌਨਫਲਿਕਟ ਹੈ ਸਾਰਾ। ਅਸੀਂ ਦੇਖ ਰਹੇ ਹਾਂ ਸਰਦ ਦੇ ਮਹੀਨਿਆਂ ਵਿੱਚ ਸੜਕ 'ਤੇ ਪਏ ਇਹ ਕਿਸਾਨ ਕੀ ਕਹਿਣਾ ਚਾਹੁੰਦੇ ਹਨ। ਉਹ ਇਹੀ ਕਹਿ ਰਹੇ ਹਨ, ਸਾਨੂੰ ਜੀਣ ਦਿਓ। ਪਰ ਪਦਾਰਥਵਾਦ ਉਸ ਕੌਨਫਲਿਕਟ ਨੂੰ ਪ੍ਰਗਟ ਕਰ ਰਿਹਾ ਹੈ ਜਿਹੜਾ ਪੂੰਜੀਪਤੀ ਕਹਿੰਦਾ ਹੈ ਮੇਰੇ ਕੋਲ ਤਾਂ ਪ੍ਰੋਫਿਟ ਆਉਣਾ ਚਾਹੀਦਾ ਹੈ, ਔਰ ਉਹਦੇ ਵਾਸਤੇ ਅਗਰ ਕਿਸੇ ਨੂੰ ਮਰਨਾ ਪਏ ਤਾਂ ਵੀ ਠੀਕ ਹੈ। ਭਾਵੇਂ ਇਹ ਸੋਚ ਇਸ ਤਰ੍ਹਾਂ ਨਾ ਹੋਏ ਜਿਸ ਤਰ੍ਹਾਂ ਮੈਂ ਕਹਿ ਰਿਹਾ ਹਾਂ, ਪਰ ਇਹਦੇ ਪਿੱਛੇ ਇਹੀ ਛਿਪਿਆ ਹੈ। ਇਸ ਤਰ੍ਹਾਂ ਜੀਵਨ ਦੇ ਪ੍ਰੇਮ ਵੀ ਹਨ। ਜਦੋਂ ਮਨ ਦੀ
ਦੁਆਇਤ ਦੇ ਵਿੱਚ, ਪ੍ਰੇਮ ਦੇ ਵਿੱਚ ਅਕਸ ਪੈਂਦਾ ਹੈ, ਉੱਥੇ ਵੀ ਗਿਵ ਐਂਡ ਟੇਕ ਹੀ ਹੋ ਰਿਹਾ ਹੈ, ਹੋਏਗਾ ਹੀ। ਕਿਉਂਕਿ ਜਿਸ ਮਨ ਦੀ ਅਵਸਥਾ ਵਿੱਚ ਉਹ ਪ੍ਰੇਮ ਪ੍ਰਗਟ ਹੋਇਆ ਹੈ, ਉਹਦੇ ਵਿੱਚ ਮੈਂ ਹੀ ਹਾਂ, ਮੈਂ ਆਪਣਾ ਨਫਾ ਨੁਕਸਾਨ ਦੇਖ ਕੇ ਚੱਲਣਾ ਹੈ। ਤਾਂ ਅਸੀਂ ਦੇਖਦੇ ਹਾਂ ਕਿ 1 ਸਾਲ ਦੇ ਪ੍ਰੇਮੀ ਦੂਜੇ ਸਾਲ ਦੇ ਦੁਸ਼ਮਣ ਵੀ ਬਣ ਜਾਂਦੇ ਹਨ, ਪਰ ਅਸੀਂ ਸਿੱਖਦੇ ਨਹੀਂ ਹਾਂ। ਮੈਨੂੰ ਸਮਝ ਨਹੀਂ ਆਉਂਦੀ ਕਿ ਦਰਅਸਲ ਪ੍ਰੇਮ ਕੀ ਹੈ। ਮਹਾਰਾਜ ਕਹਿੰਦੇ ਨੇ, ਪ੍ਰੇਮ ਨੂੰ ਜਾਣਨਾ ਹੈ ਤੇ ਗੁਰਮੁਖ ਦੇ ਜੀਵਨ ਨੂੰ ਜਾਣੋ। ਕਿਆ ਬਾਤ ਹੈ। ਗੁਰਮੁਖ ਜਪੀਏ ਅੰਤਰ ਪਿਆਰ, ਮਨ ਦੇ ਅੰਦਰ ਦੇ ਇੱਕ ਪਿਆਰ ਦੀ ਗੱਲ ਕਰਦੇ ਪਏ ਹਨ। ਜਦੋਂ ਪ੍ਰੇਮ ਦੇ ਵਿੱਚ ਕੰਡੀਸ਼ਨਸ ਹੋਣਗੀਆਂ ਤਾਂ ਉਹ ਪ੍ਰੇਮ ਦੇ ਵਿੱਚ ਬੈਰ ਵੀ ਨਾਲ ਨਾਲ ਰਹੇਗਾ, ਲਵ ਐਂਡ ਹੇਟ ਇਕੱਠੇ ਚੱਲਣਗੇ। ਤਾਂ ਅਸੀਂ ਦੇਖਦੇ ਹਾਂ ਮੈਰਿਜ ਵਿੱਚ ਕਿਤਨੇ ਕੌਨਫਲਿਕਟਸ ਆ ਜਾਂਦੇ ਹਨ। ਸ਼ੁਰੂ ਤਾਂ ਪ੍ਰੇਮ ਤੋਂ ਹੀ ਹੁੰਦੀ ਹੈ ਕਹਾਣੀ, ਪਰ ਫਿਰ ਕੌਨਫਲਿਕਟਸ ਮਨ ਦੇ ਕਰਕੇ ਪ੍ਰਗਟ ਹੋ ਜਾਂਦੇ ਹਨ। ਸਾਹਿਬ ਨੇ ਸਾਨੂੰ ਇੱਕ ਇਹੋ ਜਿਹੀ ਮਨ ਦੀ ਅਵਸਥਾ ਦੱਸੀ ਹੈ ਜਿੱਥੇ 'ਚ ਜਪਣਾ ਵੀ ਪ੍ਰੇਮ ਹੋ ਜਾਂਦਾ ਹੈ। ਤੇ ਜਪਣਾ ਬੜਾ ਨਿਰਾਲਾ ਸ਼ਬਦ ਹੈ। ਕਿੱਥੇ ਗੁਰੂ ਸਾਹਿਬ ਕਹਿ ਦਿੰਦੇ ਨੇ, ਗਿਆਨ ਦੇ ਨਾਲ ਜਪਣਾ ਹੈ। ਐਸੋ ਗਿਆਨ ਜਪੋ ਮਨ ਮੇਰੇ। ਗਿਆਨ ਜਪਿਆ ਵੀ ਜਾਂਦਾ ਹੈ ਔਰ ਜਪ ਜਿਹੜਾ ਹੈ ਉਹ ਪ੍ਰੇਮ ਵੀ ਬਣ ਜਾਂਦਾ ਹੈ। ਇਹ ਗੁਰੂ ਨਾਨਕ ਸਾਹਿਬ ਸਾਨੂੰ ਕਿਸ ਨਗਰੀ ਵਿੱਚ, ਕਿਸ ਰਸਤੇ ਵੱਲ ਪਾ ਰਹੇ ਹਨ। ਕਿਹੜੇ ਜਪਨ ਦੀ ਗੱਲ ਇਸ ਜਪਜੀ ਵਿੱਚ ਸ਼ੁਰੂ ਕੀਤੀ ਹੈ ਜਿਹੜਾ ਮੇਰੇ ਜੀਵਨ ਨੂੰ ਬਦਲ ਸਕਦਾ ਹੈ। ਇਹ ਜਪਣਾ ਗਿਆਨ ਵੀ ਹੈ। ਮੈਂ ਤੇ ਕਿਤਾਬਾਂ ਪੜ੍ਹ ਕੇ ਗਿਆਨ ਜਾਣਨ ਦੀ ਕੋਸ਼ਿਸ਼ ਕਰਦਾ ਹਾਂ, ਫਿਰ ਇਸ ਜਪਣ ਵਿੱਚ ਕਿਹੜਾ ਗਿਆਨ ਹੈ। ਫਿਰ ਇਹਦੇ ਵਿੱਚ ਪ੍ਰੇਮ ਵੀ ਹੈ, ਹਾਜ਼ਰ ਹੈ। ਇਹ ਜਪਣ ਨਾਲ ਪ੍ਰੇਮ ਵੀ ਆ ਜਾਂਦਾ ਹੈ। ਮੈਂ ਤੇ ਰੋਮੀਓ ਜੂਲੀਅਟ, ਲੈਲਾ ਮਜਨੂ, ਇਹਨਾਂ ਨੂੰ ਪ੍ਰੇਮੀ ਜਾਣਿਆ ਹੈ, ਪਰ ਇੱਥੇ ਸਾਹਿਬ ਸਾਨੂੰ ਇਸ ਪੰਕਤੀ ਵਿੱਚ ਕਿੱਧਰ ਲੈ ਗਏ ਹਨ। ਗੁਰਮੁਖ ਜਪੀਏ ਅੰਤਰ ਪਿਆਰ, ਇਹ ਅੰਤਰ ਵੱਲ ਲੈ ਗਏ ਹਨ। ਮੇਰੇ ਅੰਤਰ ਵਿੱਚ ਪ੍ਰੇਮ ਵਸਦਾ ਹੈ। ਕਿਹੋ ਜਿਹਾ ਪ੍ਰੇਮ ਹੋਏਗਾ। ਮੈਨੂੰ ਲੱਗਦਾ ਹੈ ਕਿ ਮੇਰੇ ਮਨ ਵਿੱਚ ਇਹੋ ਜਿਹਾ ਪ੍ਰੇਮ ਹੈ ਜਿਹਦੀ ਕੋਈ ਕੰਡੀਸ਼ਨਸ ਨਹੀਂ ਹਨ। ਸ਼ਬਦ ਦੀ ਸਾਂਝ ਨਾਲ ਉਹ ਪ੍ਰੇਮ ਦਾ ਐਕਸਪੀਰੀਅੰਸ ਮੈਨੂੰ ਖੁੱਲ੍ਹ ਸਕਦਾ ਹੈ। ਹਉਮੈ ਨੂੰ ਗੇਰਨ ਦਾ ਇੱਕ ਨਿਰਾਲਾ ਤਰੀਕਾ ਪ੍ਰੇਮ ਹੈ। ਮਹਾਰਾਜ ਕਹਿੰਦੇ ਨੇ, ਗੁਰਮੁਖ ਉਸ ਪ੍ਰੇਮ ਨੂੰ ਜਾਣਦਾ ਹੈ ਜਿੱਥੇ ਹੰਕਾਰ ਗਿਰ ਜਾਏਗਾ। ਜਾਂ ਇਹ ਸਮਝੀਏ ਕਿ ਜਦੋਂ ਹੰਕਾਰ ਗਿਰ ਗਿਆ ਤਾਂ ਪ੍ਰੇਮ ਮਿਲ ਜਾਏਗਾ। ਨਾਮ ਦੇ ਇਸ ਐਕਸਪੀਰੀਅੰਸ ਵਿੱਚ ਸਾਹਿਬ ਨੇ ਸਾਨੂੰ ਪ੍ਰੇਮ ਇੱਕ ਬੜਾ ਉੱਤਮ ਐਕਸਪੀਰੀਅੰਸ ਦੱਸਿਆ ਹੈ। ਇੱਕ ਪ੍ਰੇਮ ਦਾ ਖੇਡ ਦੱਸਿਆ ਹੈ। ਸਿੱਖ ਔਰ ਗੁਰੂ ਦਾ ਜੋ ਤਮ ਪ੍ਰੇਮ ਖਿਲਣ ਕਾ ਚਾਓ, ਇੱਕ ਪ੍ਰੇਮ ਦਾ ਖੇਡ ਖੇਡਣਾ ਹੈ। ਤਾਂ ਆਪਣੇ ਹੰਕਾਰ ਨੂੰ ਸਿਰ ਤਲੀ ਵਿੱਚ ਰੱਖ ਕੇ ਆਉਣਾ। ਸਿਰ ਤਰ ਤਲੀ ਗਲੀ ਮੋਰੀ ਆਓ। ਸਾਰੀ ਗੱਲ ਤਾਂ ਹੰਕਾਰ ਨੂੰ ਛੱਡ ਕੇ ਪਾਰ ਜਾਣ ਦੀ ਹੈ, ਪਰ ਹੰਕਾਰ ਤੋਂ ਪਰੇ ਜਾਣਾ ਕੋਈ ਸੌਖਾ ਕੰਮ ਨਹੀਂ ਲੱਗਦਾ। ਪ੍ਰੇਮ ਨਾਲ ਸੌਖਾ ਹੋ ਜਾਂਦਾ ਸ਼ਾਇਦ। ਔਰ ਇਹ ਪ੍ਰੇਮ ਕਿੱਥੋਂ ਮਿਲਦਾ ਹੈ? ਅੰਤਰ ਵਿੱਚ ਵਸਦਾ ਹੈ, ਜਪਣ ਨਾਲ ਮਿਲ ਜਾਂਦਾ ਹੈ। ਜਪ ਮਨ ਸਦਾ ਸਤਨਾਮ ਸਦਾ ਸਤਨਾਮ। ਇਹ ਜਿਹੜਾ ਐਕਸਪੀਰੀਅੰਸ ਸਾਨੂੰ ਸਾਹਿਬ ਰਿਵੀਲ ਕਰਦੇ ਹਨ, ਗੁਰਮੁਖ ਜਪੀਏ ਅੰਤਰ ਪਿਆਰ, ਇਹ ਸਾਨੂੰ ਉਸੇ ਡਾਇਰੈਕਸ਼ਨ ਵੱਲ ਲਿਜਾ ਰਿਹਾ ਹੈ ਜਿਹੜੇ ਬਾਹਰ ਤੋਂ ਅੰਤਰ ਵੱਲ ਹੈ। ਸਤ ਮੇਰੇ ਮਨ ਦੇ ਅੰਦਰ ਰਹਿੰਦਾ ਹੈ, ਬਾਹਰ ਨਹੀਂ ਰਹਿੰਦਾ। ਜਦ ਮੈਂ ਇਹਨੂੰ ਜਾਣ ਲਵਾਂਗਾ ਤਾਂ ਬਾਹਰ ਦੀ ਰੈਲੇਵੈਂਸ ਫਿਰ ਹੋਰ ਵੱਧ ਜਾਏਗੀ ਮੇਰੇ ਲਈ। ਸਭ ਕੁਝ ਉਹਦਾ ਪ੍ਰਗਟਾਵਾ ਹੋ ਜਾਏਗਾ। ਆਸਾ ਦੀ ਵਾਰ ਵਿੱਚ ਇਹੀ ਕਿਹਾ ਹੈ, ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ। ਸਭ ਕੁਝ ਕੂੜ ਹੈ ਅਗਰ ਨਾਮ ਨੂੰ ਨਹੀਂ ਜਾਣਿਆ। ਨਾਮ ਨੂੰ ਜਾਣ ਲਿਆ ਤੇ ਕੂੜ ਨਹੀਂ ਰਹਿੰਦਾ। ਫਿਰ ਇਹ ਦੀਵਾਰ ਨਹੀਂ ਰਹਿ ਜਾਂਦੀ। ਬਾਹਰ ਭੀਤਰ ਇੱਕੋ ਜਾਣੇ। ਜਦੋਂ ਦੀਵਾਰਾਂ ਗਿਰ ਗਈਆਂ ਸਭ ਬਰਾਬਰ ਹੋ ਗਿਆ। ਇਹ ਕਥਾ ਕਥਨ ਵਾਲੀ ਨਹੀਂ ਹੈ। ਐਸੇ ਕਰਕੇ ਤੇ ਇਹ ਸਾਨੂੰ ਸਮਝ ਨਹੀਂ ਆਉਂਦੀ ਜਲਦੀ ਜਲਦੀ। ਸਕੂਲਾਂ ਵਿੱਚ ਸਾਨੂੰ ਪੜ੍ਹਾਇਆ ਹੈ, ਕਿਤਾਬਾਂ ਵਿੱਚ ਜੋ ਲਿਖਿਆ ਉਹਨੂੰ ਪੜ੍ਹਦੇ ਹਾਂ, ਜੋ ਨਹੀਂ ਲਿਖਿਆ ਉਹ ਨਹੀਂ ਪੜ੍ਹਿਆ ਜਾ ਰਿਹਾ। ਜੋ ਮੇਰੇ ਮਨ ਦੇ ਵਿੱਚ ਲਿਖਿਆ ਹੈ ਉਹ ਲੇਖ ਮੈਂ ਕਦੋਂ ਪੜ੍ਹ ਸਕਦਾ ਹਾਂ? ਜੋ ਐਕਸਪੀਰੀਅੰਸ ਮੇਰੇ ਮਨ ਦੇ ਵਿੱਚ ਹਾਜ਼ਰ ਹੈ ਉਹ ਕਿਤਾਬ ਕਿੱਥੋਂ ਮਿਲੇਗੀ? ਉਹ ਮੇਰੇ ਮਨ ਦੀ ਹੀ ਕਿਤਾਬ ਹੈ। ਔਰ ਸ਼ਬਦ ਨਾਲ
ਮੈਂ ਉਹਦੇ ਨਾਲ ਜੁੜ ਸਕਦਾ ਹਾਂ। ਇੱਥੇ ਸਾਨੂੰ ਸ਼ਬਦ ਗੁਰੂ ਦਾ ਐਕਸਪੀਰੀਅੰਸ ਸਮਝ ਆਉਣਾ ਸ਼ੁਰੂ ਹੋ ਜਾਂਦਾ ਹੈ। ਅੱਜ ਦੁਨੀਆ ਵਿੱਚ ਕਿਤਨੇ ਗੁਰੂ ਹਨ, ਸਾਰੇ ਨਵੀਂ ਗੱਲਾਂ ਕਰਦੇ ਹਨ। ਅਖੀਰ ਵਿੱਚ ਉਹ ਕੁਝ ਗੁਰੂ ਤਾਂ ਕਿਚਨ ਵਿੱਚ ਵੜ ਜਾਂਦੇ ਹਨ, ਫਿਰ ਤੁਹਾਨੂੰ ਦਵਾਈਆਂ ਦੱਸਣੀ ਸ਼ੁਰੂ ਕਰ ਦਿੰਦੇ ਹਨ, ਹੋਰ ਕੁਝ ਕਹਿਣ ਨੂੰ ਰਹਿ ਨਹੀਂ ਗਿਆ। ਬਿਲਕੁਲ ਠੀਕ ਹੈ, ਫਿਜ਼ੀਕਲ ਏਲਮੈਂਟਸ ਦੀ ਵੀ ਕੋਈ ਸੋਲਿਊਸ਼ਨ ਹੋਣਾ ਚਾਹੀਦਾ ਹੈ, ਪਰ ਰੋਗ ਤਾਂ ਅਸਲ ਮਨ ਦੇ ਵਿੱਚ ਹੈ। ਇਹ ਸਾਰੀ ਦੁਨੀਆ ਦਾ ਰੋਗ, ਸਾਡੇ ਸਾਰਿਆਂ ਦਾ ਰੋਗ ਮਨ ਦੇ ਵਿੱਚ ਵਸਦਾ ਹੈ। ਅਗਰ ਮੈਂ ਜੀਵਨ ਦੇ ਸਾਰੇ ਰੋਗ ਸਮੇਟ ਵੀ ਦਿਆਂਗਾ, 100 ਸਾਲ 150 ਸਾਲ ਜੀ ਵੀ ਲਵਾਂਗਾ, ਫਿਰ ਵੀ ਅੰਤਤଃ ਮੈਨੂੰ ਰਾਖ ਹੀ ਮਿਲਣੀ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਕਿਤਨੇ ਸਾਲ ਜੀਏ ਹਨ, ਸਾਲਾਂ ਵਿੱਚ ਜੀਵਨ ਦੀ ਗੱਲ ਨਹੀਂ ਬਣਦੀ। ਮਹਾਰਾਜ ਦੇ ਆਣਾ ਜਾਣਾ ਕਿਤਨੀ ਛਾਪ ਛੱਡ ਗਿਆ ਹੈ। ਅੱਜ ਉਹਨਾਂ ਦੀ ਹੋਂਦ ਨਾਲ ਵਾਈਬਰੇਟ ਕਰਦੀ ਹੈ ਦੁਨੀਆ, ਕਿਧਰੇ ਨਹੀਂ ਗਏ ਹਨ। ਇਹ ਗੱਲ ਕਿਤਨੇ ਸਾਲ ਜੀਣ ਦੀ ਨਹੀਂ ਹੈ, ਕਿਵੇਂ ਜੀਣਾ ਹੈ ਉਹਦੀ ਹੈ। ਇੱਥੇ ਸਿਖਰ ਸਮਝ ਆਉਂਦਾ ਹੈ ਕਿ ਕਿਤਨੇ ਭੁਲੇਖਿਆਂ ਵਿੱਚ ਦੁਨੀਆ ਘੁੰਮ ਰਹੀ ਹੈ, ਆਪਣਾ ਵੀ ਗਵਾ ਰਹੀ ਹੈ, ਦੂਜਿਆਂ ਦੇ ਵੀ ਗਵਾ ਰਹੀ ਹੈ। ਇੱਥੇ ਸਪਰਿਵਾਰ ਨਹੀਂ ਹੈ, ਪਰਿਵਾਰ ਨੂੰ ਇੰਪੈਕਟ ਨਹੀਂ ਜਾ ਰਿਹਾ। ਝੂਠਾ ਜੀਵਨ ਜੀਆਂਗੇ ਤੇ ਝੂਠ ਹੀ ਵਪਾਰੀ ਬਣਾਂਗੇ। ਗੁਰੂ ਨਾਨਕ ਸਾਹਿਬ ਨੇ ਇੱਕ ਬੜਾ ਮਾਈਲਸਟੋਨ ਵਾਲਾ ਬਚਨ ਕੀਤਾ ਸੀ ਪਿੱਛੇ, ਸੱਚ ਵੱਖਰ ਕੇ ਹਮ ਵਣਜਾਰੇ। ਮੈਂ ਤਾਂ ਸੱਚ ਦਾ ਵਪਾਰੀ ਹਾਂ, ਨਿਕਲ ਗਿਆ ਹਾਂ ਕਿ ਘਰੋਂ ਨਿਕਲ ਗਿਆ, ਬੱਚੇ ਛੱਡ ਦਿੱਤੇ, ਪਰਿਵਾਰ ਛੱਡ ਕੇ ਨਿਕਲ ਗਿਆ। ਕਿਸ ਨੂੰ ਲੱਭਣ? ਗੁਰਮੁਖ ਨੂੰ ਜਿਹੜਾ ਸੱਤ ਲੱਭਦਾ ਹੈ। ਇੱਕ ਮਨ ਦੀ ਗੱਲ ਹੈ। ਵਪਾਰੀ ਕੋਲ ਇੱਕ ਹੀਰਾ ਹੈ, ਉਹ ਹੀਰਾ ਕੌਣ ਲੈਣ ਵਾਲਾ ਹੈ, ਉਸ ਨੂੰ ਲੱਭਣ ਨਿਕਲ ਗਿਆ ਹੈ। ਗੁਰੂ ਆਪਣੇ ਸਿੱਖ ਨੂੰ ਲੱਭਣ ਨਿਕਲ ਗਿਆ ਹੈ, ਅੱਜ ਵੀ ਨਿਕਲਿਆ ਹੋਇਆ ਹੈ। ਸਿੱਖ ਹਾਜ਼ਰ ਹੋਏਗਾ ਤਾਂ ਗੁਰੂ ਹਾਜ਼ਰ ਹੋ ਜਾਏਗਾ। ਇਸ ਭਾਵ ਵਿੱਚ ਗੁਰੂ ਨੂੰ ਲੱਭਣ ਜਾਣ ਦੀ ਕੋਈ ਲੋੜ ਨਹੀਂ ਹੈ। ਪ੍ਰਸ਼ਨ ਜੀਵਨ ਦਾ ਜਾਣ ਲਿਆ ਤਾਂ ਉਹਦਾ ਜਵਾਬ ਆਉਣਾ ਹੀ ਲਾਜ਼ਮੀ ਹੈ, ਕਿਧਰੇ ਨਹੀਂ ਜਾ ਸਕਦਾ। ਸਿੱਖਣ ਦੀ ਗੱਲ ਹੈ। ਅੱਜ ਜੀਵਨ ਕਿਹੋ ਜਿਹੇ ਬਹਾਵ 'ਚੋਂ ਨਿਕਲ ਰਿਹਾ ਹੈ, ਇੱਥੋਂ ਮੈਨੂੰ ਸਿੱਖਣਾ ਚਾਹੀਦਾ ਹੈ ਕਿ ਜੀਵਨ ਦੇ ਕੌਨਫਲਿਕਟਸ 'ਚੋਂ ਕੀ ਸਮਝ ਆ ਰਹੀ ਹੈ ਕਿ ਕੁਝ ਲੋਕਾਂ ਨੇ ਦੀਵਾਰ ਬਹੁਤ ਉੱਚੀ ਬਣਾ ਲਈ, ਵੰਡ ਛਕਣ ਦੀ ਰੀਤ ਤੋਂ ਬਹੁਤ ਦੂਰ ਚਲੇ ਗਏ ਹਨ, ਔਰ ਇਹਦਾ ਇੰਪੈਕਟ, ਅਸਰ ਉਹਨਾਂ ਦੇ ਮਨ ਦੇ ਵਿੱਚ ਕੀ ਹੋਏਗਾ, ਇਹ ਤੇ ਉੱਪਰ ਵਾਲਾ ਹੀ ਜਾਣਦਾ ਹੈ। ਨਿਰੰਕਾਰ ਹੀ ਜਾਣਦਾ ਹੈ। ਉੱਪਰ ਵਾਲਾ ਵੀ ਜਾਂ ਥੱਲੇ ਵਾਲਾ ਇੱਕੋ ਹੀ ਗੱਲ ਹੈ, ਉਹ ਤਾਂ ਹਰ ਜਗ੍ਹਾ ਰਹਿੰਦਾ ਹੈ। ਤਾਂ ਨਿਰੰਕਾਰ ਹੀ ਜਾਣਦਾ ਹੈ ਇਹਦਾ ਕੀ ਅਸਰ ਹੈ ਉਹਦੇ ਮਨ ਵਿੱਚ। ਪਰ ਸਾਹਿਬ ਨੇ ਬਾਣੀ ਵਿੱਚ ਸਾਨੂੰ ਆਸਾ ਦੀ ਵਾਰ ਵਿੱਚ ਸਮਝਾਇਆ ਜ਼ਰੂਰ ਹੈ ਕਿ ਜੀਵਨ ਬਾਰੇ ਕੀ ਜੀਣਾ ਹੈ। ਆਸਾ ਦੀ ਵਾਰ ਬਹੁਤ ਕਮਾਲ ਦੀ ਬਾਣੀ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਕੱਪੜ ਰੂਪ ਸੁਹਾਵਣਾ, ਛੜ ਦੁਨੀਆ ਅੰਦਰ ਜਾਵਣਾ। ਅੱਜ ਦੇਖਿਆ ਜਾਏ ਤਾਂ ਰੂਪ ਦੇ ਪਿੱਛੇ ਸਾਰੀ ਦੁਨੀਆ ਦੀਵਾਨੀ ਹੈ। ਕੱਪੜ ਰੂਪ ਸੁਹਾਵਣਾ, ਮਹਾਰਾਜ ਕਹਿੰਦੇ ਨੇ ਤੇ ਦੁਨੀਆ ਵਿੱਚ ਛੱਡ ਕੇ ਜਾਣਾ ਹੈ, ਨਾਲ ਤੇ ਜਾਏਗਾ ਨਹੀਂ। ਤਾਂ ਮੈਂ ਮਾਣ ਕਰਦਾ ਆਪਣੇ ਰੂਪ ਦੇ ਉੱਪਰ, ਮੈਂ ਸੋਹਣੀ ਹਾਂ ਜਾਂ ਸੋਹਣਾ ਹਾਂ। ਸ਼ੀਸ਼ੇ ਇਸੇ ਲਈ ਬਣੇ ਹਨ ਸਾਰੇ, ਸਾਡੇ ਹੰਕਾਰ ਨੂੰ ਖੜਾ ਕਰਨ ਲਈ। ਇਹ ਵੀ ਇੱਕ ਸਾਈਕੋਲੋਜੀ ਹੈ। ਜਿਤਨਾ ਮੈਂ ਸ਼ੀਸ਼ੇ ਦੇ ਅੱਗੇ ਖੜਾ ਹੁੰਦਾ ਵਾਂ, ਉਤਨਾ ਮੇਰਾ ਮਨ ਪ੍ਰਬਲ ਹੁੰਦਾ ਹੈ ਕਿ ਮੈਂ ਹਾਂ। ਇਹ ਦੋ ਚੀਜ਼ਾਂ ਜਿਹੜੇ ਇਸ ਪੀਰੀਅਡ ਵਿੱਚ ਜੀਵਨ ਵਿੱਚ ਆ ਰਹੀਆਂ ਹਨ ਸਾਡੇ ਸਾਹਮਣੇ। ਪੁਰਾਣਾ ਜੀਵਨ ਲਾਈਟ ਤੋਂ ਪਰੇ ਹੁੰਦਾ ਸੀ। ਕਦੇ ਮੈਂ ਅਗਰ ਲਾਈਟ ਨਾ ਹੋਏ ਕਿਸੇ ਘਰ ਵਿੱਚ, ਅਗਰ ਜੀ ਕੇ ਦੇਖੋ, ਪਿੱਛੇ ਮੈਨੂੰ ਇੱਕ ਇਨਵਾਇਰਮੈਂਟਲਿਸਟ ਦਾ ਇੱਕ ਐਕਸਪੀਰੀਅੰਸ ਦਿਖਿਆ। ਉਹ 3 ਸਾਲ ਤੋਂ ਬਿਨਾਂ ਬੱਤੀ ਦੇ ਰਹਿ ਰਹੀ ਹੈ। JNU ਵਿੱਚ ਹੀ ਇੱਕ ਟੀਚਰ ਹੈ, ਉਹ ਬੱਤੀ ਨਹੀਂ ਵਰਤਦੀ ਹੈ। ਉਹਨੇ ਮੋਮਬੱਤੀ ਜਾਂ ਇਹੋ ਜਿਹੀ ਕੋਈ ਚੀਜ਼ਾਂ ਵਰਤ ਕੇ ਜਿੰਦੀ ਹੈ। ਇਸ ਇਲੈਕਟ੍ਰੀਕਲ ਫੀਲਡ ਵਿੱਚ ਇੱਕ ਮੈਗਨੈਟਿਕ ਫੀਲਡ ਚੱਲਦੀ, ਉਹਦੇ ਨਾਲ ਡਿਸਟਰੈਕਟ ਹੁੰਦਾ ਮਾਈਂਡ। ਮੈਂ ਦੇਖਦਾ ਵਾਂ ਕਿ ਜਦੋਂ ਮੈਂ ਇਸ ਤੋਂ ਪਰੇ ਰਹਿੰਦਾ ਹਾਂ ਤਾਂ ਮਨ ਦੀ ਬਣਤ ਕੁਛ ਹੋਰ ਹੁੰਦੀ ਹੈ।
ਤਾਂ ਧਿਆਨ ਵੀ ਫਿਰ ਹਨੇਰੇ ਵਿੱਚ ਕਰਨ ਦਾ ਜੀ ਕਰਦਾ ਹੈ। ਕੱਪੜ ਰੂਪ ਸੁਹਾਵਣਾ। ਦੂਜਾ, ਸ਼ੀਸ਼ੇ ਦੇ ਅੱਗੇ ਮੈਂ ਜਿੰਨਾ ਖੜਾ ਹੁੰਦਾ ਹਾਂ ਉਤਨਾ ਆਪਣੇ ਹੰਕਾਰ ਨੂੰ ਹੀ ਮੈਂ ਵਧਾ ਰਿਹਾ ਹਾਂ। ਔਰ ਅੱਜ ਦੀ ਦੁਨੀਆ ਤਾਂ ਸ਼ੀਸ਼ੇ ਦੇ ਅੱਗੇ ਹੀ ਹੈ। ਇਹ ਸੈਲਫੀ ਲੈਣਾ ਵੀ ਤਾਂ ਇੱਕ ਸ਼ੀਸ਼ਾ ਹੀ ਤਾਂ ਹੈ, ਇੱਕ ਬਿਮਾਰੀ ਹੈ। ਹੁਣ ਤਾਂ ਮੰਨ ਗਈ ਹੈ, ਸਾਈਕੋਲੋਜੀ ਵੀ ਕਹਿ ਰਹੀ ਇੱਕ ਬਿਮਾਰੀ ਹੈ। ਮੈਂ ਆਪਣੇ ਆਪ ਨੂੰ ਰੀਇਨਫੋਰਸ ਕਰਦਾ ਜਾ ਰਿਹਾ ਕਿ ਮੈਂ ਹਾਂ, ਮੈਂ ਇਸ ਤਰ੍ਹਾਂ ਦਾ ਹਾਂ, ਮੈਂ ਇਸ ਤਰ੍ਹਾਂ ਦੀ ਹਾਂ, ਮੈਂ ਕਿੰਨੀ ਸੋਹਣੀ ਹਾਂ, ਕਿੰਨੀ ਚੰਗੀ ਲੱਗਦੀ ਹਾਂ। ਔਰ ਸਾਰੀ ਦੁਨੀਆ ਨੂੰ ਮੈਂ ਅਨਾਊਂਸ ਕਰਕੇ ਆਪਣੇ ਹੰਕਾਰ ਨੂੰ ਵਧਾ ਰਿਹਾ। ਇਹ ਤੇ ਮਨ ਦੇ ਰੋਗ ਤੇ ਹਨ। ਮਹਾਰਾਜ ਕਹਿੰਦੇ ਨੇ, ਛੱਡ ਦੁਨੀਆ ਅੰਦਰ ਜਾਵਣਾ, ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ। ਕਰਮਾਂ ਦੀ ਗੱਲ ਕਰ ਰਹੇ ਹਨ। ਇਹ ਕਿਹਦੇ ਬਾਰੇ ਗੱਲ ਕਰ ਰਹੇ ਹਨ? ਜਿਹੜੇ ਹਾਕਮ ਨੇ, ਜਿਨ੍ਹਾਂ ਨੇ ਦੁਨੀਆ ਦੀ ਪਾਵਰ ਨੂੰ ਆਇਡੈਂਟੀਫਾਈ ਕਰ ਲਿਆ ਆਪਣੇ ਨਾਲ। ਹੁਕਮ ਕੀਏ ਮਨ ਭਾਵਦੇ, ਰਾਹ ਭੀੜੇ ਅੰਦਰ ਜਾਵਣਾ, ਅੱਗੇ ਜਾਵਣਾ। ਹੁਕਮ ਮਨ ਦੇ, ਮਨ ਭਾਵਦੇ ਮਤਲਬ ਪਾਵਰ ਉਹਨਾਂ ਕੋਲ ਹੈ। ਇਸ ਵੇਲੇ ਦੁਨੀਆ ਦੀ ਸ਼ਕਤੀ ਜਿਹਦੇ ਕੋਲ ਹੈ ਉਹ ਆਪਣੇ ਮਨ ਦੀ ਕਰਦਾ ਹੈ। ਤਾਂ ਸਾਹਿਬ ਕਹਿੰਦੇ ਨੇ, ਇਹ ਜੀਵਨ ਜਿਹੜੇ ਸ਼ਕਤੀ ਮਿਲ ਗਈ ਤੁਹਾਨੂੰ, ਤੁਸੀਂ ਆਪਣੇ ਮਨ ਦੇ ਪਾਲਣ ਦੇ ਨਾਲ ਹੁਕਮ ਕੀਤੇ ਤਾਂ ਕੀ ਹੋਏਗਾ? ਰਾਹ ਭੀੜੇ ਅੱਗੇ ਜਾਵਣਾ। ਅੱਗੇ ਮਨ ਦੀ ਰਸਤਾ ਭੀੜਾ ਹੋ ਜਾਏਗਾ। ਮੈਨੂੰ ਇਹ ਸਮਝ ਆ ਰਹੀ ਹੈ ਕਿ ਜਦੋਂ ਮਨ ਦੀ ਇੰਦਰੀਆਂ ਜਾਣਗੀਆਂ ਤਾਂ ਫਿਰ ਇਹ ਆਪਸ਼ਨ ਮੇਰੇ ਕੋਲ ਨਹੀਂ ਰਹੇਗੀ। ਔਰ ਆਦਤ ਮੇਰੇ ਮਨ ਵਿੱਚ ਹੈ ਕਿ ਮੈਂ ਹੁਕਮ ਕਰਦਾ ਜਾਵਾਂਗਾ, ਤਾਂ ਮੇਰਾ ਦੁੱਖ ਬੜਾ ਅਤੀ ਕਰ ਜਾਏਗਾ। ਜਿਸ ਚੀਜ਼ ਦੀ ਆਦਤ ਹੁੰਦੀ ਹੈ ਉਹ ਨਾ ਮਿਲੇ ਔਰ ਉਹਦਾ ਕੋਈ ਰਸਤਾ ਨਾ ਹੋਏ, ਸਾਰੇ ਦਰਵਾਜ਼ੇ ਬੰਦ ਹੋ ਜਾਣ, ਕਿਤਨਾ ਤੜਫੜਾ ਸਕਦਾ ਹੈ ਮਨ ਮੇਰਾ। ਇਹ ਮਨ ਦੀ ਅਵਸਥਾ ਦੀ ਗੱਲ ਹੈ ਸਾਰੀ। ਮੈਂ ਜੋ ਜੀਵਨ ਵਿੱਚ ਕਮਾ ਰਿਹਾ ਹਾਂ ਉਸ ਤੋਂ ਮੇਰੇ ਮਨ ਦੀ ਅਵਸਥਾ ਉਸ ਤਰ੍ਹਾਂ ਬਣ ਜਾਣੀ ਹੈ। ਔਰ ਮੈਂ ਹੁਕਮ ਕਰਨ ਦੀ ਆਦਤ ਵਿੱਚ ਇਹੀ ਜਾਣ ਲਵਾਂਗਾ ਕਿ ਮੈਂ ਜੋ ਹੁਕਮ ਕਰਾਂਗਾ ਉਹ ਹੈ, ਤਾਂ ਮੈਂ ਰੀਇਨਫੋਰਸ ਹੋ ਗਿਆ ਔਰ ਹੁਕਮ ਹੋ ਗਿਆ। ਔਰ ਇਹ ਦੋਨੋਂ ਚੀਜ਼ਾਂ ਅਸਲੀਅਤ ਨਹੀਂ ਹਨ। ਔਰ ਮੌਤ ਦੇ ਨਾਲ ਇਹ ਰਿਐਲਿਟੀ ਸਾਹਮਣੇ ਆ ਜਾਏਗੀ। ਨੰਗਾ ਦੋਜਕ ਚਾਲਿਆ ਤਾਂ ਦਿਸੇ ਖਰਾ ਡਰਾਵਨਾ। ਇਹ ਮੌਤ ਦੀ ਗੱਲ ਹੈ। ਜਾਂ ਇਹਨੂੰ ਮੌਤ ਤੋਂ ਨਾ ਵੀ ਸਮਝੀਏ ਤਾਂ ਚੇਂਜ ਦੀ ਗੱਲ ਹੈ। ਚੇਂਜ ਆਉਣਾ ਲਾਜ਼ਮੀ ਹੈ। ਅੱਜ ਪਾਵਰ ਹੈ ਤੇ ਕੱਲ ਨਹੀਂ ਰਹੇਗੀ ਕਿਸੇ ਵੀ ਕੰਡੀਸ਼ਨ ਵਿੱਚ। ਮਹਾਰਾਜ ਕਹਿੰਦੇ ਨੇ, ਆਪਣੇ ਹੁਕਮ ਕਰਾਂਗੇ ਤਾਂ ਅਵਗੁਣ ਕਰਾਂਗੇ, ਕਰ ਅਵਗੁਣ ਪਛਤਾਵਨਾ, ਫਿਰ ਪਛਤਾਵਾਂਗੇ। ਤਾਂ ਕਿਸ ਹੁਕਮ ਦੀ ਗੱਲ ਸਾਹਿਬ ਕਰਦੇ ਹਨ? ਇੱਕ ਨਿਰੰਕਾਰ ਦਾ ਹੁਕਮ ਵੀ ਚੱਲਦਾ ਹੈ। ਅਸੀਂ ਉਹਦੇ ਨਾਲ ਸੁਰਤ ਔਰ ਸ਼ਬਦ ਕਰਕੇ ਜੁੜ ਸਕਦੇ ਹਾਂ। ਫਿਰ ਇਹ ਗੱਲ ਕੁਝ ਫਰਕ ਹੋ ਜਾਂਦੀ ਹੈ। ਕਿਤਨੀ ਨਿਰਾਲੀ ਗੱਲ ਗੁਰਮੁਖ ਬਾਰੇ ਸਾਹਿਬ ਕਰ ਰਹੇ ਹਨ ਸਾਡੇ ਨਾਲ ਅੱਜ। ਅੰਤਰ ਪਿਆਰ, ਗੁਰਮੁਖ ਪਾਈਏ ਸ਼ਬਦ ਆਚਾਰ। ਸ਼ਬਦ ਨਾਲ ਜੀਵਨ ਜਾਚ। ਮਨ ਸ਼ਬਦ ਨੂੰ ਅਰਪਣ ਹੋ ਗਿਆ। ਮੈਂ ਨਹੀਂ ਰਿਹਾ, ਸ਼ਬਦ ਆਚਾਰ ਬਣ ਗਿਆ। ਇਹ ਗੱਲ ਬੜੀ ਅੱਛੀ ਲੱਗਦੀ ਹੈ। ਜੀਵਨ ਦਾ ਕੈਰੈਕਟਰ ਬਣਾਉਣ ਦੀ ਵਿਧੀਆਂ ਦੋ ਤਰ੍ਹਾਂ ਹੋ ਸਕਦੀਆਂ ਹਨ। ਇੱਕ ਤਾਂ ਮੈਂ ਮਨ ਦੇ ਉੱਪਰੋਂ ਆਚਾਰ ਬਣਾਵਾਂ, ਰੂਲਸ ਬਣਾਵਾਂ, ਡਿਸਪਲਿਨ ਕਰਾਂ। ਮੈਂ ਨਹੀਂ ਕਹਿ ਰਿਹਾ ਗਲਤ ਗੱਲ ਹੈ, ਪਰ ਇਹ ਮੈਂ ਕਹਿ ਰਿਹਾ ਕਿ ਇਹ ਟੈਂਪਰਰੀ ਹੈ। ਇੱਕ ਮੈਂ ਮਨ ਨੂੰ ਸ਼ਬਦ ਨਾਲ ਕਰ ਲਿਆ। ਮੈਂ ਬਹੁਤ ਸ਼ਰਾਬ ਪੀਂਦਾ ਹਾਂ, ਸ਼ਰਾਬ ਦੀ ਆਦਤ ਹੈ। ਮੈਂ ਵੀ ਨਹੀਂ ਕਹਿ ਰਿਹਾ ਮਾੜੀ ਹੈ ਚੰਗੀ ਹੈ, ਜਿਹਦੀ ਜੋ ਚੋਇਸ ਹੈ ਮੈਂ ਉਸ ਨੂੰ ਕੋਈ ਜੱਜ ਨਹੀਂ ਕਰਦਾ। ਪਰ ਮੈਨੂੰ ਇੱਕ ਆਦਤ ਹੈ ਤੇ ਮੈਂ ਕਹਿੰਦਾ ਮੈਂ ਅੱਜ ਤੋਂ ਬਾਅਦ ਨਹੀਂ ਪੀਆਂਗਾ ਕਿਸੇ ਵੀ ਕਾਰਨ ਕਰਕੇ। ਇੱਕ ਮੈਂ ਆਪਣੇ ਮਨ ਨੂੰ ਬਦਲ ਦਿੱਤਾ, ਮਨ ਨੂੰ ਸ਼ਬਦ ਨਾਲ ਜੋੜ ਲਿਆ ਤੇ ਮਨ ਦੇ ਵਿੱਚ ਇੱਕ ਖੇੜਾ ਆ ਗਿਆ। ਮੰਦੀ ਮੰਦੀ ਠੰਡੀ ਹਵਾ ਆਉਣੀ ਸ਼ੁਰੂ ਹੋ ਗਈ। ਜਿਹੜਾ ਰਸ ਮੈਨੂੰ ਪਦਾਰਥ ਤੋਂ ਮਿਲਦਾ ਸੀ ਉਹ ਮਨ ਦੇ ਵਿੱਚ ਵੈਸੇ ਹੀ ਬਹਿਣਾ ਸ਼ੁਰੂ ਹੋ ਗਿਆ, ਭਾਵੇਂ ਹੌਲੇ ਹੌਲੇ ਹੋ ਰਿਹਾ। ਤਾਂ ਫਿਰ ਡਿਪੈਂਡੈਂਸ ਘਟ ਗਈ। ਇਹ ਰੋਗ ਜੀਵਨ ਦੇ ਮੇਰੇ ਮਨ ਵਿੱਚ ਐਸੇ ਕਰਕੇ ਹਨ ਕਿ ਮੈਂ ਡਿਪੈਂਡੈਂਸ ਰੱਖਦਾ ਵਾਂ ਜੀਵਨ ਨਾਲ, ਜੀਵਨ ਦੇ ਪਦਾਰਥ ਨਾਲ।
ਤਾਂ ਮੈਂ ਆਜ਼ਾਦ ਨਹੀਂ ਹਾਂ। ਅਸੀਂ ਸਾਰੇ ਕਿਸੇ ਨਾ ਕਿਸੇ ਚੀਜ਼ ਨਾਲ ਡਿਪੈਂਡੈਂਟ ਹਾਂ। ਆਜ਼ਾਦੀ ਸਾਡੇ ਮਨ ਦੇ ਅੰਦਰ ਤਾਂ ਹੀ ਆਏਗੀ ਜਦੋਂ ਸ਼ਬਦ ਸਾਡੇ ਵਿੱਚ ਹਾਜ਼ਰ ਹੋਏਗਾ। ਗੁਰਮੁਖ ਪਾਈਏ ਸ਼ਬਦ ਆਚਾਰ। ਤਾਂ ਸ਼ਬਦ ਨਾਲ ਮੈਂ ਉਸ ਟਕਸਾਲ ਦੇ ਵਿੱਚ ਪੈ ਗਿਆ ਜਿਹੜੀ ਗੁਰੂ ਸਾਹਿਬ ਨੇ ਮੈਨੂੰ ਪ੍ਰੋਮਿਸ ਕੀਤੀ ਹੈ। ਘੜੀਏ ਸ਼ਬਦ ਸੱਚੀ ਟਕਸਾਲ। ਸ਼ਬਦ ਨਾਲ ਮਨ ਘੜਿਆ ਗਿਆ, ਫਿਰ ਮਨ ਬਦਲ ਹੀ ਗਿਆ। ਫਿਰ ਉਹਨੂੰ ਉਹ ਲੋੜਾਂ ਨਹੀਂ ਪੈ ਗਈਆਂ ਜਿਹੜੀਆਂ ਐਕਸੈਂਟ੍ਰਿਸਿਟੀਜ਼ ਜੀਵਨ ਵਿੱਚ ਮੈਂ ਵੈਸੇ ਹੀ ਪਾਲ ਰਿਹਾ ਸੀ ਟੂ ਕੋਪ ਵਿਦ ਲਾਈਫ, ਹੁਣ ਚੇਂਜ ਹੋ ਗਈ ਹੈ ਸਦਾ ਲਈ। ਹਾਂ, ਇਹ ਰਸਤਾ ਸ਼ਾਇਦ ਹੌਲੇ ਹੌਲੇ ਬਣਦਾ ਹੈ। ਗੁਰਮੁਖ ਪਾਈਏ ਸ਼ਬਦ ਆਚਾਰ। ਸ਼ਬਦ ਤੋਂ ਪ੍ਰਗਟ ਹੋਇਆ ਜੀਵਨ, ਸ਼ਬਦ ਦਾ ਜੀਵਨ। ਸ਼ਬਦ ਤੋਂ ਪ੍ਰਗਟ ਹੋਇਆ ਮਨ। ਸ਼ਬਦ ਭੇਦ ਜਾਣੇ ਜਾਣਾਈ। ਮਨ ਦੇ ਵਿੱਚ ਸ਼ਬਦ ਆ ਗਿਆ, ਮਨ ਦੇ ਔਰ ਸ਼ਬਦ ਦੇ ਭੇਦ ਮਿਟ ਗਏ। ਮਨ ਹੁਣ ਸ਼ਬਦ ਦੇ ਰੂਪ ਵਿੱਚ ਆ ਗਿਆ। ਸਾਹਿਬ ਨੇ ਸਾਨੂੰ ਸ਼ਬਦ ਨੂੰ ਗੁਰੂ ਕਿਹਾ ਹੈ। ਨਿਰੰਕਾਰ ਨਾਲ ਜੁੜਨਾ ਸ਼ਬਦ ਨਾਲ ਜੁੜਨ ਦੀ ਇੱਕ ਵਿਧੀ ਹੈ। ਮਨ ਦੀ ਉਸ ਸੱਤ ਦੀ ਅਵਸਥਾ ਨਾਲ ਜੁੜਨਾ ਸ਼ਬਦ ਨਾਲ ਜੁੜਨ ਦਾ ਇੱਕ ਰਸਤਾ ਹੈ, ਇੱਕ ਮੈਪ ਹੈ, ਇੱਕ ਟ੍ਰੈਜਰ ਆਈਲੈਂਡ ਦੀ ਖੇਡ ਹੈ। ਜੀਵਨ ਦੇ ਟ੍ਰੈਜਰਸ ਨੂੰ ਪਾਣ ਲੈਣਾ ਹੀਰੇ ਜੈਸਾ ਜਨਮ ਹੈ। ਕੌਡੀ ਬਦਲੇ ਜਾਏ, ਜੇ ਨਹੀਂ ਪਾਇਆ ਤਾਂ ਕੌਡੀ ਬਦਲੇ ਚਲਾ ਗਿਆ, ਜੇ ਪਾ ਲਿਆ ਤਾਂ ਹੀਰਾ ਮਿਲ ਗਿਆ। ਗੁਰਮੁਖ ਪਾਈਏ ਸ਼ਬਦ ਆਚਾਰ। ਮਨ ਨੂੰ ਘੜ ਕੇ ਸ਼ਬਦ ਭੇਦ ਜਾਣੇ ਜਾਣਾਈ। ਉਹਨੇ ਜਾਣ ਲਿਆ ਸ਼ਬਦ ਨੂੰ ਜਾਣ ਲਿਆ ਮਨ ਦੇ ਵਿੱਚ, ਔਰ ਫਿਰ ਜਾਣ ਕੇ ਉਹਨੂੰ ਜੀ ਲਿਆ। ਫਿਰ ਹੋਰਾਂ ਨੇ ਵੀ ਜਾਣ ਲਿਆ। ਫਿਰ ਇਹ ਛਿਪੀ ਨਹੀਂ ਰਹੀ ਗੱਲ। ਮਨ ਦੇ ਵਿੱਚ ਠੰਡ ਪਏਗੀ ਤਾਂ ਸਾਰੇ ਪਾਸੇ ਠੰਡੀ ਹਵਾ ਬਹੇਗੀ। ਮਨ ਦੇ ਵਿੱਚ ਹੰਕਾਰ ਦੀ ਗਰਮੀ ਹੋਏਗੀ ਤਾਂ ਉਹਦੀ ਹਵਾ ਵੀ ਪਏਗੀ। ਇਸੇ ਤਰ੍ਹਾਂ ਸਾਡੇ ਮਨ ਦੀ ਦੀਵਾਰਾਂ ਸਾਡੇ ਲਈ ਹਨ, ਪਰ ਦੁਨੀਆ ਵਿੱਚ ਅਸਲ ਮਨ ਸਭ ਦਾ ਇੱਕੋ ਹੀ ਹੈ। ਸ਼ਬਦ ਭੇਦ ਜਾਣੇ ਜਾਣਾਈ। ਹੋਰਾਂ ਨੂੰ ਵੀ ਜਾਣਦਾ ਹੈ, ਆਪ ਵੀ ਜਾਣ ਲਿਆ ਸ਼ਬਦ ਕੀ ਹੈ। ਗਿਆਨ ਹੋ ਗਿਆ, ਪ੍ਰੇਮ ਹੋ ਗਿਆ ਸ਼ਬਦ ਨਾਲ। ਫਿਰ ਉਹਦੇ ਨਾਲ ਕੀ ਹੋਏਗਾ? ਮਹਾਰਾਜ ਇੱਕ ਅੱਗ ਦੀ ਗੱਲ ਕਰਦੇ ਹਨ ਹੁਣ। ਜਿਵੇਂ ਖਾਣੇ ਨੂੰ ਅਸੀਂ ਪਕਾਉਂਦੇ ਹਾਂ ਕਿਸੇ ਅੱਗ ਦੇ ਉੱਤੇ, ਇਵੇਂ ਮਨ ਨੂੰ ਪਕਾ ਲਿਆ ਤਾਂ ਉਹਦੇ ਨਾਲ ਕੀ ਹੋਇਆ ਮਹਾਰਾਜ? ਨਾਨਕ ਹੋਮੇ ਜਾਲ ਸਮਾਈ। ਹਉਮੈ ਜਲ ਗਈ। ਲੋਹੇ ਦੇ ਨਾਲ ਲੱਕੜੀ ਹੋਏ, ਅੱਗ ਵਿੱਚ ਪਾ ਦਿਓ ਤਾਂ ਲੱਕੜੀ ਜਲ ਜਾਏਗੀ, ਲੋਹਾ ਬਚੇਗਾ। ਇਸੇ ਤਰ੍ਹਾਂ ਮਨ ਦੇ ਵਿੱਚ ਸ਼ਬਦ ਦੀ ਅੱਗ ਲੱਗੀ ਹੈ, ਝੂਠ ਜਲ ਗਿਆ ਔਰ ਸੱਤ ਰਹਿ ਗਿਆ। ਹਰ ਪ੍ਰੇਮ ਬਾਣੀ ਮਨ ਮਾਰਿਆ, ਅਣੀਆਂ ਲੈ ਅਣੀਆਂ ਰਾਮ ਰਾਜੇ। ਇੱਕ ਤੀਰ ਲੱਗਿਆ ਮੇਰੇ ਮਨ ਨੂੰ, ਜਿਸ ਲਾਗੀ ਪੀਰ ਪਿਰਮ ਕੀ ਸੋ ਜਾਣੇ ਜਰੀਆ। ਜੀਵਨ ਮੁਕਤ ਸੋ ਆਖੀਏ, ਮਰ ਜੀਵੇ ਮਰਿਆ। ਮਰ ਕੇ ਵੀ ਜੀ ਲਿਆ। ਕਿੱਥੇ ਤਾਂ ਅਸੀਂ ਮਰਦੇ ਹਾਂ ਤਾਂ ਜੀਵਨ ਵਿੱਚ ਮਰਦੇ ਹੀ ਰਹਿੰਦੇ ਹਾਂ, ਮੌਤ ਵਿੱਚ ਵੀ ਮਰਦੇ ਹਾਂ। ਕਿੱਥੇ ਉਹ ਮਰਦੇ ਵੀ ਨਹੀਂ ਹਨ, ਸਦਾ ਲਈ ਜੀਂਦੇ ਹਨ। ਜੀਵਨ ਦੇ ਮਨ ਨੂੰ ਮਾਰ ਲੈਂਦੇ ਹਨ, ਝੂਠ ਦੇ ਮਨ ਨੂੰ। ਇਹ ਜਿਹੜੀ ਸਾਹਿਬ ਦੀ ਬਚਨ ਸ਼ਬਦ ਬਾਰੇ ਹੈ, ਜਪਣ ਬਾਰੇ ਹੈ, ਮੈਨੂੰ ਲੱਗਦਾ ਹੈ ਇਹ ਨਿਸ਼ਾਨਾ ਹੋਣਾ ਚਾਹੀਦਾ ਮੇਰਾ ਕਿ ਮੈਂ ਜਪਦਾ ਹਾਂ ਕਿ ਨਹੀਂ ਜਪਦਾ ਹਾਂ। ਐਸਾ ਗਿਆਨ ਜਪੋ ਮਨ ਮੇਰੇ, ਹੋ ਚਾਕਰ ਸਾਚੇ ਘੇਰੇ। ਜੋ ਇਸ ਪਦੇ ਵਿੱਚ ਮੈਨੂੰ ਸਮਝ ਆ ਰਿਹਾ ਹੈ, ਉਹਦੇ 'ਚ ਅਗਰ ਕੋਈ ਐਕਸ਼ਨ ਮੈਂ ਕਰਨਾ ਹੈ ਤਾਂ ਉਹ ਜਪਣਾ ਹੈ, ਉਹ ਮੇਰਾ ਕਰਨਾ ਹੈ। ਦੁਨੀਆ ਮੈਡੀਟੇਸ਼ਨ ਸਿਖਾਉਂਦੀ ਹੈ, ਇਹ ਜਪਣਾ ਮੇਰਾ ਧਿਆਨ ਹੈ। ਕੀਰਤਨ ਮੇਰਾ ਧਿਆਨ ਹੈ, ਉਹ ਵੀ ਇੱਕ ਜਪਣ ਦੀ ਵਿਧੀ ਹੈ। ਤਾਂ ਸਾਹਿਬ ਸਮਝਾਉਂਦੇ ਹਨ ਕਿ ਫਿਰ ਹਉਮੈ ਗਿਰ ਜਾਏਗੀ, ਜਲ ਜਾਏਗੀ,
ਆਪਣੇ ਘਰ ਪਹੁੰਚ ਜਾਵਾਂਗੇ। ਨਾਨਕ ਹੋਮੇ ਜਾਲ ਸਮਾਏ, ਉੱਥੇ ਪਹੁੰਚ ਜਾਵਾਂਗੇ ਜਿੱਥੇ ਸਦਾ ਵਿਕਾਸ ਹੈ, ਸਟੇਬਿਲਿਟੀ ਹੈ। ਅਸੀਂ ਇਹ ਗੱਲ ਕੁਝ ਪਤਾ ਪਹਿਲੇ ਵਿਚਾਰੀ ਸੀ। ਇਹ ਐਕਸਪਲੇਨ ਕਰਨ ਦੇ ਤਰੀਕੇ ਹਨ, ਕਿਉਂਕਿ ਅਸੀਂ ਜੀਵਨ ਵਿੱਚ ਆਪਣਾ ਪ੍ਰੋਫਿਟ ਲੱਭ ਕੇ ਜੀਂਦੇ ਹਾਂ। ਮੇਰਾ ਪ੍ਰੋਫਿਟ ਹੈ ਕਿੱਥੇ? ਅੱਜ ਕੱਲ੍ਹ ਤਾਂ ਬਾਣੀ ਪੜ੍ਹਨ ਵਿੱਚ ਵੀ ਕੰਪੀਟੀਸ਼ਨ ਹੋਣਾ ਸ਼ੁਰੂ ਹੋ ਗਿਆ। ਦੇਖੋ ਦੁਨੀਆ ਕਿਤਨੀ ਗਹਿਨ ਹੋ ਗਈ ਹੈ। ਜੀਵਨ ਦਾ ਕੰਪੀਟੀਸ਼ਨ ਗੁਰਬਾਣੀ ਵਿੱਚ ਵੀ ਆ ਗਿਆ। ਮੇਰਾ ਮਨ ਹਾਰ ਜਿੱਤ ਦੇ ਇਤਨੇ ਆਦੀ ਹੋ ਗਿਆ ਕਿ ਬਾਣੀ ਨੂੰ ਵੀ ਮੈਂ ਹਾਰ ਜਿੱਤ ਦਾ ਮਸਲਾ ਬਣਾ ਲਿਆ। ਇਹ ਸਾਡਾ ਮਨ ਦੀ ਅਵਸਥਾ ਦੱਸਦੀ ਹੈ। ਜਦ ਕਿ ਬਾਣੀ ਵਿੱਚ ਤੇ ਸਾਰੇ ਜਿੱਤਦੇ ਹਨ। ਜਿਸ ਨੇ ਪਾਇਆ ਉਹਨੇ ਪੂਰਾ ਹੀ ਪਾਇਆ, ਕਿਸੇ ਨੇ ਅਧੂਰਾ ਨਹੀਂ ਪਾਇਆ। ਬਾਣੀ ਪੜ੍ਹ ਕੇ ਅਸੀਂ ਸਾਰੇ ਜਿੱਤਦੇ ਹਾਂ। ਕੋਈ ਅੱਗੇ ਪਿੱਛੇ ਨਹੀਂ ਹੈ ਕਿ ਮੈਂ ਫਸਟ ਆ ਜਾਵਾਂਗਾ, ਤੁਸੀਂ ਸੈਕਿੰਡ ਆਓਗੇ, ਜਾਂ ਤੁਸੀਂ ਫਸਟ ਆ ਗਏ ਮੈਂ ਸੈਕਿੰਡ ਆਵਾਂਗਾ। ਆਪਣੀ ਮਨ ਦੀ ਅਵਸਥਾ ਨੂੰ ਸੁਲਝਾ ਦਿਆਂਗੇ ਤੇ ਸਾਰੇ ਜਿੱਤ ਕੇ ਜਾਵਾਂਗੇ। ਸਰਬੱਤ ਦੇ ਭਲੇ ਦੀ ਗੱਲ ਹੈ। ਪਰ ਮੈਂ ਆਪਣੇ ਮਨ ਨੂੰ ਇੰਨਾ ਡਿਵਾਈਡ ਕਰ ਚੁੱਕਿਆ ਹਾਂ ਕਿ ਮੈਨੂੰ ਆਦਤ ਹੋ ਗਈ ਹੈ। ਕੌਨਫਲਿਕਟ ਦੇ ਬਿਨਾਂ ਮੈਨੂੰ ਬਾਣੀ ਵਿੱਚ ਵੀ ਮਜ਼ਾ ਨਹੀਂ ਆ ਰਿਹਾ। ਮੈਂ ਜਾਣਦਾ ਹਾਂ ਕਿ ਤੁਸੀਂ ਨਹੀਂ ਜਾਣਦੇ ਹੋ, ਇਹਦੇ ਬਾਰੇ ਵੀ ਕੌਨਫਲਿਕਟ ਹੈ। ਹੁਣ ਮੈਂ ਜ਼ਿਆਦਾ ਜਾਣਦਾ ਹਾਂ, ਤੁਸੀਂ ਘੱਟ ਜਾਣਦੇ ਹੋ। ਇਸ ਨਾਲ ਹਾਰ ਜਿੱਤ ਕਰਕੇ ਮੈਂ ਬਾਣੀ ਨਾਲ ਸਾਂਝ ਪਾ ਰਿਹਾ ਹਾਂ। ਬਾਣੀ ਨਾਲ ਤੇ ਸਾਂਝ ਨਹੀਂ ਪੈ ਰਹੀ, ਸਾਂਝ ਤੇ ਪੈ ਰਹੀ ਹੈ ਕੌਨਫਲਿਕਟ ਦੇ ਨਾਲ। ਵਿਚਾਰਨ ਵਾਲੀ ਗੱਲ ਹੈ। ਹਾਂ, ਹੋ ਸਕਦਾ ਹੈ ਇਹ ਤਰੀਕਾ ਲੱਭਿਆ ਕਿਸੇ ਨੇ ਬਾਣੀ ਦਾ ਪ੍ਰਚਾਰ ਕਰਨ ਲਈ, ਪਰ ਮੈਨੂੰ ਲੱਗਦਾ ਇਹਦੇ 'ਚ ਸੁਧਾਰ ਦੀ ਲੋੜ ਹੈ। ਪ੍ਰੇਮ ਹੈ ਆਧਾਰ ਬਾਣੀ ਦੀ ਪ੍ਰਚਾਰ ਦਾ, ਕੌਨਫਲਿਕਟ ਨਹੀਂ ਹੈ। ਪ੍ਰੇਮ ਸਾਨੂੰ ਰੇਗਿਸਤਾਨ ਨੂੰ ਵੀ ਹਰਾ ਕਰ ਦਿੰਦਾ ਹੈ, ਇੱਕ ਸੁੱਕੇ ਪੇੜ ਨੂੰ ਵੀ ਹਰਾ ਕਰ ਦਿੰਦਾ ਹੈ। ਪ੍ਰੇਮ ਸਾਡੇ ਮਰੇ ਮਨ ਨੂੰ ਵੀ ਜਿਵਾ ਦਿੰਦਾ ਹੈ। ਸਾਨੂੰ ਇੱਕ ਜੀਵਨ ਮਿਲ ਜਾਂਦਾ ਹੈ, ਜੋੜ ਦਿੰਦਾ ਹੈ ਇੱਕ ਦੂਜੇ ਨਾਲ। ਬੈਰ ਵਿਰੋਧ, ਦੁਵੈਸ਼, ਡਰ, ਇਹ ਸਭ ਖਤਮ ਕਰ ਦਿੰਦਾ ਹੈ। ਇਹ ਸਭ ਬਾਣੀ ਤੋਂ ਮਿਲਦਾ ਹੈ ਸਾਨੂੰ, ਬਾਣੀ ਦੇ ਜਾਪ ਤੋਂ ਮਿਲਦਾ ਹੈ। ਗੁਰੂ ਸਾਹਿਬ ਕਦੇ ਕਿਰਪਾ ਕਰਨ, ਇਤਨੇ ਉੱਤਮ ਵਿਚਾਰ ਗੁਰੂ ਨਾਨਕ ਸਾਹਿਬ ਨੇ ਸਾਨੂੰ ਬਖਸ਼ੇ ਹਨ, ਕਦੇ ਅਸੀਂ ਇਹਨੂੰ ਕਮਾ ਸਕੀਏ, ਅਸੀਂ ਜਪ ਕੇ ਆਪਣੇ ਮਨ ਨੂੰ ਬਦਲ ਸਕੀਏ। ਮੇਰੇ ਵਿਚਾਰ ਤੁੱਛ ਹੋਣਗੇ, ਨੇਤਨ ਹੋਣਗੇ, ਤਾਂ ਮੈਂ ਉਹਦੇ ਲਈ ਮਾਫੀ ਵੀ ਮੰਗਦਾ ਹਾਂ। ਗਲਤੀਆਂ ਤੋਂ ਪਰਾਂ ਹਾਂ ਮੈਂ। ਆਪ ਸਭ ਦੇ ਦਰਸ਼ਨ ਹੁੰਦੇ ਹਨ, ਇਹਦੇ ਲਈ ਧੰਨਵਾਦੀ ਹਾਂ। ਗੁਰੂ ਮਹਾਰਾਜ ਦੀ ਬਾਣੀ ਸਾਹਮਣੇ ਆਉਂਦੀ ਹੈ, ਮਨ ਵਿੱਚ ਕੁਝ ਰੰਗ ਚੜ੍ਹਦਾ ਹੈ। ਹੌਲੇ ਹੌਲੇ ਸ਼ਾਇਦ ਮੇਰੇ ਵਰਗੇ ਪਾਪੀ ਵੀ ਕੋਈ ਦੁਨੀਆ ਵਿੱਚ ਕਮਾਈ ਕਰ ਸਕਣ। ਮੇਰੀ ਗਲਤੀਆਂ ਲਈ ਮੈਨੂੰ ਮਾਫੀ ਦੇਣਾ। ਜੇ ਇਹਦੇ 'ਤੇ ਕੋਈ ਸੁਧਾਰ ਆਪ ਕਰਨਾ ਚਾਹੋ, ਕਰ ਸਕੋ, ਜ਼ਰੂਰ ਕਰਨਾ। ਕੋਈ ਹੋਰ ਕੁਝ ਕਹਿਣਾ ਚਾਹੇ, ਮੋਸਟ ਵੈਲਕਮ। ਅੱਜ ਦੀ ਵਿਚਾਰ ਆਪ ਪ੍ਰਵਾਨ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।